ਹਾਂਜੀ, ਇਹਦੇ ਚ ਦੇਖੋ ਕੀ ਹੈਗਾ ਕਿ 1993 ਵਿੱਚ ਮਾਈਕਰੋਚਿਪ ਕੰਪਨੀ ਨੇ, ਜਿੱਦਾਂ ਇੰਟੈਲ ਨੇ ਬਣਾਇਆ ਸੀਗਾ 8051 ਫੈਮਿਲੀ ਨੂੰ, ਮਾਈਕਰੋਚਿਪ ਟੈਕਨੋਲੋਜੀ ਕੰਪਨੀ ਸੀਗੀ, ਉਹਨੇ ਪਿਕ ਮਾਈਕਰੋ ਕੰਟਰੋਲਰ ਬਣਾਇਆ ਸੀ 1993 ਵਿੱਚ, ਮਤਲਬ ਉਹਦੇ ਤੋਂ 20 ਸਾਲ ਬਾਅਦ। ਠੀਕ ਹੈ, ਤੇ ਇਹਦਾ ਜਿਹੜਾ ਮੇਨ ਕੰਮ ਸੀਗਾ ਉਹ ਇਹੀ ਸੀਗਾ ਕਿ ਜਦੋਂ ਆਪਾਂ ਪੈਰੀਫਲ ਡਿਵਾਈਸ ਨਾਲ ਕਨੈਕਟ ਕਰਦੇ ਹਾਂ 8051 ਨੂੰ, ਤੇ ਬਹੁਤ ਘੱਟ ਸਪੀਡ ਦੇ ਉੱਤੇ ਟਰਾਂਸਮਿਸ਼ਨ ਹੁੰਦੀ ਹੈ, ਰਾਈਟ। ਮਤਲਬ ਉਹਨਾਂ ਦੀ ਜੋ ਕੰਪੈਟੇਬਿਲਿਟੀ ਮੋਡ ਸੀ ਉਹ ਬਹੁਤ ਘੱਟ ਸੀ, ਮਤਲਬ ਪੈਰੀਫਲ ਡਿਵਾਈਸ ਨਾਲ ਆਪਾਂ ਜਿੱਦਾਂ ਹੀ ਮਿਲਾਨੇ ਆ ਸਾਨੂੰ ਬੜੀਆਂ ਚਿਪਸ ਇਦਾਂ ਦੀਆਂ ਐਡ ਕਰਨੀਆਂ ਪੈਂਦੀਆਂ ਸੀ ਉਹਦੇ ਚ, ਜਿਹੜੀਆਂ ਇੰਟਰਫੇਸ ਕਰਾਉਣ ਦੇ ਕੰਮ ਆਉਂਦੀਆਂ ਸੀ। ਇਹਨੂੰ ਸਪੈਸ਼ਲੀ ਪ੍ਰੋਗਰਾਮ ਕੀਤਾ ਗਿਆ ਸੀਗਾ ਪੈਰੀਫਲ ਡਿਵਾਈਸਿਸ ਲਈ, ਕਿ ਕੰਮ ਇਹਨੇ ਕੰਟਰੋਲਰ ਦਾ ਹੀ ਕਰਨਾ, ਸਾਰਾ ਕੁਝ ਉਹੀ ਚੀਜ਼ ਹੋਊਗੀ ਜੋ 8051 ਕਰਦਾ, ਬਟ ਇਟ ਵਾਜ਼ ਈਜ਼ੀ ਟੂ ਕਨੈਕਟ ਦਾ ਪੈਰੀਫਲ ਡਿਵਾਈਸ ਵਿਦ ਦੈਟ ਮਾਈਕਰੋ ਕੰਟਰੋਲਰ, ਇਸ ਕਰਕੇ ਇਹਦਾ ਨਾਮ ਪੈ ਗਿਆ ਪੈਰੀਫਲ ਇੰਟਰਫੇਸ ਕੰਟਰੋਲਰ, ਰਾਈਟ। ਠੀਕ ਹੈ, ਤੇ ਕਾਫੀ ਫਾਸਟ ਹੈ ਸਪੀਡ ਉਹਦੇ ਨਾਲੋਂ, ਮਤਲਬ ਇਹਦੇ ਜਿਹੜਾ ਕਲੌਕ ਸਾਈਕਲ ਸੀਗਾ ਉਹ ਕਾਫੀ ਹਾਈ, ਆਪਾਂ ਉਹਨੂੰ ਹਾਰਟਸ ਦੇ ਸਕਦੇ ਆ ਫॉर द ਪ੍ਰੋਸੈਸਿੰਗ। ਤੇ ਇਹਦੀ ਜਿਹੜੀ ਮਾਈਕਰੋ ਕੰਟਰੋਲਰ ਚ ਪ੍ਰੋਗਰਾਮਿੰਗ ਹੁੰਦੀ ਆ, ਜਿੰਨੀ ਸਪੀਡ ਫਾਸਟ ਹੋਏਗੀ ਉਨੀ ਪ੍ਰੋਗਰਾਮਿੰਗ ਐਗਜ਼ੀਕਿਊਸ਼ਨ ਜਿਹੜੀ ਆ ਉਹ ਜਲਦੀ ਹੋ ਜਾਏਗੀ। ਠੀਕ ਹੈ, ਤੇ ਜਿਹੜਾ ਇਹਦਾ ਆਰਕੀਟੈਕਚਰ ਸੀ ਉਹ ਹਾਰਵਰਡ ਆਰਕੀਟੈਕਚਰ ਹੈ, ਦੋ ਤਰ੍ਹਾਂ ਦੇ ਹੁੰਦੇ ਆ ਸਾਨੂੰ ਪਤਾ, 8051 ਦਾ ਵੀ ਹਾਰਵਰਡ ਹੈ, ਇਹਦਾ ਵੀ ਹਾਰਵਰਡ ਹੀ ਹੈ। ਠੀਕ ਹੈ, ਤੇ ਕਾਫੀ ਕਾਸਟ ਘੱਟ ਸੀ ਇਹਦੀ 8051 ਦੇ ਨਾਲੋਂ, ਤੇ ਕਾਫੀ ਮਾਰਕੀਟ ਦੇ ਵਿੱਚ ਅਵੇਲੇਬਲ ਵੀ ਹੋ ਗਿਆ ਸੀਗਾ। ਤੋ ਇਹ ਚੀਜ਼ ਇਸ ਕਰਕੇ ਇਹਦਾ ਵੀ ਥੋੜਾ ਜਿਹਾ ਆਪਾਂ ਕਹਿ ਸਕਦੇ ਕਿ 8051 ਨੂੰ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਸੀ ਇਹਦਾ। ਠੀਕ ਹੈ, ਮਤਲਬ ਉਹ ਵੀ ਯੂਜ਼ ਹੁੰਦਾ ਸੀ, ਇਹ ਨਿਊ ਚੀਜ਼ ਆਈ ਸੀਗੀ, ਕਾਫੀ ਫੀਚਰਸ ਅਲੱਗ ਸੀਗੇ, ਇਸ ਕਰਕੇ ਇਹ ਵੀ ਯੂਜ਼ ਹੋਣ ਲੱਗ ਪਿਆ ਉਹਦੇ ਚ। ਠੀਕ ਹੈ, ਤੇ ਇਹਦੇ ਚ ਵੀ ਆਪਣਾ CPU RAM ROM ਆਪਣੀ ਹੁੰਦੀ, ਬਟ ਇਹਦਾ ਜਿਹੜਾ ਮੇਨ ਚੀਜ਼ ਆ, ਜਿੱਦਾਂ ਉਹਦੇ ਵਿੱਚ ਕੱਲੀ UART ਲਈ ਯੂਜ਼ ਹੁੰਦਾ ਸੀ ਸੀਰੀਅਲ ਟਰਾਂਸਮਿਸ਼ਨ, ਇਹਦੇ ਚ UART ਦੀ ਇਲਾਵਾ ਦੋ ਹੋਰ ਮੋਡ ਹੁੰਦੇ ਜਿਹਨੂੰ ਆਪਾਂ SPI ਤੇ CAN ਮੋਡ ਹੁੰਦੇ ਆ, ਉਹ ਅੱਗੇ ਆਊਗਾ ਤੁਹਾਨੂੰ ਮੈਂ ਪੜਾਉਂਗਾ। ਸੀਰੀਅਲ ਟਰਾਂਸਮਿਸ਼ਨ ਹੋਰ ਈਜ਼ੀ ਹੋ ਗਈ ਸੀ। ਠੀਕ ਹੈ, ਤੇ ਕੰਪਾਈਲਰ ਡੀਬਗਰ ਸਿਮੂਲੇਟਰ ਇਹਦੇ ਆਪਣੇ ਇਨਬਿਲਟ ਹੁੰਦੇ ਆ, ਡਰਾਈਵਰ ਮਿਲ ਜਾਂਦੇ ਸੀਗੇ ਈਜ਼ੀਲੀ, ਤੋਂ ਇਸ ਕਰਕੇ ਇਹ ਵੀ ਬਹੁਤ ਇੰਪੋਰਟੈਂਟ ਮਾਈਕਰੋ ਕੰਟਰੋਲਰ ਹੈ। ਤੇ ਇਹਦੇ ਬਾਰੇ ਹੋਰ ਦਿੱਤਾ ਹੋਇਆ ਕਿ ਇਹਨੂੰ 4 ਹਿੱਸਿਆਂ ਚ ਡਿਵਾਈਡ ਕੀਤਾ ਹੋਇਆ ਸੀਗਾ, ਬੇਸਿਕ ਲਾਈਨ ਪਿਕ, ਮਿਡ ਰੇਂਜ ਪਿਕ, ਇਨਹਾਂਸਡ ਮਿਡ ਰੇਂਜ ਪਿਕ ਤੇ ਪਿਕ 18 ਫੈਮਿਲੀ, ਜਿਹੜੀ ਹਾਈਐਸਟ ਫੈਮਿਲੀ ਸੀ। ਜਿੱਦਾਂ ਆਪਾਂ ਨਾਰਮਲੀ ਕਹਿੰਦੇ ਆ ਨਾ ਕਿ ਸਨੈਪ ਡਰੈਗਨ ਪ੍ਰੋਸੈਸਰ ਆ ਰਿਹਾ ਅੱਜ ਕੱਲ ਮੋਬਾਈਲਸ ਦੇ ਵਿੱਚ, ਸੁਣਿਆ ਨਾ? ਹਾਂਜੀ ਸਰ। ਹਨਾ, ਹੁਣ ਸਨੈਪ ਡਰੈਗਨ ਦੇ ਵਿੱਚ ਇੱਕ 735 ਹੁੰਦਾ, ਇੱਕ 728 ਹੁੰਦਾ, ਠੀਕ ਹੈ, 725 ਹੋਏਗਾ, 695, ਹਾਂ 695 ਹੈ, ਇਹ ਸਾਰੀ ਫੈਮਿਲੀ ਹੈ, ਮਤਲਬ ਇਟਸ ਅ ਫੈਮਿਲੀ ਆਫ ਸਨੈਪ ਡਰੈਗਨ ਪ੍ਰੋਸੈਸਰ। ਔਰ ਉਹਦੇ ਚੋਂ ਜਿਹੜਾ ਹਾਈਐਸਟ ਜਿਹਨੂੰ 735 ਜਿਹੜਾ ਚੱਲਦਾ ਪਿਆ ਜਾਂ 765 ਹੈ, ਆਈ ਡੋਂਟ ਨੋ, ਹੁਣ ਉਹ ਜਿਹੜਾ ਚੱਲਦਾ ਪਿਆ ਉਹ ਸਾਨੂੰ ਪਤਾ ਕਿ ਉਹ ਸਭ ਤੋਂ ਉਹਦੇ ਫੀਚਰਸ ਹਾਈ ਹੈ, ਉਹਦੀ ਕਲੌਕ ਸਪੀਡ ਜ਼ਿਆਦਾ ਹੋਏਗੀ, ਉਹਦੇ ਅੰਦਰ ਜਿਹੜੀ ਰੈਮ ਰੋਮ ਦੀ ਸਪੇਸ ਹੈ, ਕੈਪੇਬਿਲਿਟੀ ਉਹ ਜ਼ਿਆਦਾ ਹੋਏਗੀ। ਏਦਾਂ ਹੀ ਇਹਦੀ ਵੀ ਫੈਮਲੀਆਂ ਸੀਗੀਆਂ ਪਿਕ ਦੀ, ਪਿਕ 12C6, ਪਿਕ 14, ਪਿਕ 16, ਪਿਕ 16 ਦੇ ਵਿੱਚ ਕਾਫੀ ਸਾਰੀਆਂ ਫੈਮਲੀ ਸੀ, ਦੈਨ ਪਿਕ 17, ਫਿਰ ਲਾਸਟ ਵਿੱਚ ਪਿਕ 18 ਫੈਮਿਲੀ ਆ ਗਈ। ਜੋ ਪਿਕ 18 ਸੀ that was having highest features among all the PIC microcontrollers, right? तो ਇਹ ਚੀਜ਼ ਆਪਾਂ ਵੀਡੀਓ ਵਿੱਚ ਡਿਸਕਸ ਕਰ ਚੁੱਕੇ ਹਾਂ ਆਲਰੇਡੀ, ਰਾਈਟ। ਤੇ ਆ ਉਹਦੇ ਕੁਝ ਫੀਚਰ ਹੈ ਕਿ ਇਹ ਜਿਹੜਾ ਮਾਈਕਰੋ ਕੰਟਰੋਲਰ ਸੀ ਇਟਸ ਆਲਮੋਸਟ 8 ਬਿਟ, ਮਤਲਬ ਇਹਨੂੰ ਐਟ ਏ ਟਾਈਮ 8 ਬਿਟ ਹੀ ਅਸੈਸ ਕਰ ਸਕਦਾ ਸੀ ਜਿੱਦਾਂ 8051 ਆ, ਬਟ ਇਹਦੀਆਂ ਜਿਹੜੀਆਂ ਪਿੰਸ ਸੀ ਨਾਰਮਲੀ 8051 ਨਾਲ ਜੇ ਮੈਂ ਕੰਪੇਅਰ ਕਰਾਂ ਉਹ 40 ਪਿੰਨ ਆਈਸੀ ਹੈ, ਇਹਦਾ ਕੰਮ 24 ਪਿੰਨ ਦੇ ਨਾਲ ਸਰ ਜਾਂਦਾ ਸੀ, ਮਤਲਬ ਛੋਟਾ ਆਈਸੀ ਸੀ, ਕੰਮ ਉਨਾ ਹੀ ਦੇ ਦਿੰਦਾ ਸੀ ਜਿੰਨਾ ਉਹ ਕਰਦਾ ਸੀ 8051। ਇਹਦੇ ਚ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਆ ਉਹ ਕੀ ਹੈ, ਇਹਦੀ ਜਿਹੜੀ ਇੰਸਟਰਕਸ਼ਨਸ ਆ ਉਹ ਸਿਰਫ 35 ਤੋਂ 37 ਹੈ। ਜਿੱਦਾਂ ਕੰਟਰੋਲਰ 8051 ਚ ਆਪਾਂ 100+ ਇੰਸਟਰਕਸ਼ਨ ਪੜ੍ਹੀਆਂ ਸੀ ਹਨਾ, ਤੇ ਉਹ ਸਾਰੀਆਂ ਇੰਸਟਰਕਸ਼ਨਸ ਨੂੰ ਆਪਾਂ ਨੂੰ ਯਾਦ ਕਰਨਾ ਪੈਂਦਾ, ਹਰ ਕਿਸੇ ਦਾ ਆਪਣਾ ਫੀਚਰ ਹੁੰਦਾ ਹੈ, ਉਹਦਾ ਇੱਕੋ ਹੀ ਕੰਮ ਹੋਏਗਾ, ਛੋਟੇ ਛੋਟੇ ਕੰਮ ਹੈ ਹਰ ਕਿਸੇ ਦੇ। ਇਹਦੇ ਵਿੱਚ ਰਿਸਕ ਇੰਸਟਰਕਸ਼ਨ ਸੈੱਟ ਕਹਿੰਦੇ ਉਹਨੂੰ ਆਪਾਂ, RISC ਇੰਸਟਰਕਸ਼ਨ ਸੈੱਟ, ਉਹ ਕੀ ਕਰਦਾ ਹੈ, ਰਿਡਿਊਸ ਇੰਸਟਰਕਸ਼ਨ ਸੈੱਟ ਕੰਪਿਊਟਰ ਕਹਿੰਦੇ ਉਹਨੂੰ, ਕਿ ਜੇ ਉਹ ਆਰਕੀਟੈਕਚਰ ਦੇ ਵਿੱਚ ਆਪਾਂ ਰਿਸਕ ਮਤਲਬ ਉਹ ਮੋਡ ਦਿੱਤਾ ਹੋਵੇ, ਇੰਸਟਰਕਸ਼ਨਾਂ ਘੱਟ ਜਾਂਦੀਆਂ, ਕੰਮ ਵੱਧ ਜਾਂਦੇ ਆ, ਮਤਲਬ ਆਪਾਂ ਘੱਟ ਇੰਸਟਰਕਸ਼ਨ ਤੋਂ ਜ਼ਿਆਦਾ ਕੰਮ ਲੈ ਸਕਦੇ ਹਾਂ। ਤਾਂ ਉਹ ਵੀ ਬੈਨੀਫਿਟ ਹੋ ਗਿਆ ਸੀ ਕਿ ਘੱਟ ਇੰਸਟਰਕਸ਼ਨ ਦੀ ਨੌਲੇਜ ਨਾਲ ਹੀ ਸਾਨੂੰ ਪਿਕ ਮਾਈਕਰੋ ਕੰਟਰੋਲਰ ਬਾਰੇ ਪਤਾ ਲੱਗ ਜਾਂਦਾ, ਅੱਗੋਂ ਆਊਗੀਆਂ ਉਹ ਵੀ ਤੁਹਾਨੂੰ ਦੱਸੂਗਾ। ਠੀਕ ਹੈ, ਤੇ ਕਾਫੀ ਕੋਸਟਿੰਗ ਘੱਟ ਸੀ। ਜਿੱਦਾਂ ਹੁਣ ਆਪਾਂ ਨਾਰਮਲ ਪੁਰਾਣੇ ਫੋਨ ਲੈਂਦੇ ਸੀਗੇ ਜਦੋਂ ਸਟਾਰਟ ਹੋਏ ਸੀ ਸਮਾਰਟਫੋਨ, ਤਾਂ ਕਾਫੀ ਹਾਈ ਲੈਵਲ ਰੇਂਜ ਸੀ, 20-22 ਹਜ਼ਾਰ ਤੋਂ ਸੀ। ਹੁਣ ਪ੍ਰੋਸੈਸਰ ਦੀ ਉਹ ਵੀ ਵੱਧ ਗਈ ਹੈ, ਕੈਪੇਬਿਲਿਟੀ ਵੀ ਵੱਧ ਗਈ ਤੇ ਕੋਸਟਿੰਗ ਘੱਟ ਗਈ।
ਹਨਾ। ਅੱਜ ਤੋਂ 5 ਸਾਲ ਪਹਿਲਾਂ ਕਹਿ ਲਈਏ ਤੇ 5 ਸਾਲ ਪਹਿਲਾਂ ਪੁਰਾਣੇ ਪ੍ਰੋਸੈਸਰ ਜਿਹੜੇ ਹੁੰਦੇ ਸੀਗੇ ਮੋਬਾਈਲ ਦੇ, ਉਹਨਾਂ ਦੀ ਕੋਸਟ ਅੱਜ ਦੇ ਟਾਈਮ ਤੋਂ ਜ਼ਿਆਦਾ ਹੁੰਦੀ ਸੀ। ਸੇਮ ਐਜ਼ ਇਟ ਇਜ਼ ਮਾਈਕਰੋ ਕੰਟਰੋਲਰ ਦੀ ਜਿਹੜੀ ਉਹ ਸੀਗੀ ਉਹ ਜ਼ਿਆਦਾ ਹੁੰਦੀ ਹੈ। ਮਤਲਬ ਜਿਹੜਾ 8051 ਸੀਗਾ ਉਹਦੀ ਕੋਸਟਿੰਗ ਜ਼ਿਆਦਾ ਸੀ, ਪਰ ਜਿੱਦਾਂ ਜਿੱਦਾਂ ਟਾਈਮ ਲੰਘਦਾ ਗਿਆ 10-20 ਸਾਲ ਨਿਕਲ ਗਏ, ਹੁਣ ਉਹ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਟੈਕਨੋਲੋਜੀ 'ਚ ਡਿਫਰੈਂਸ ਆ ਗਿਆ। ਡਿਫਰੈਂਸ ਆਇਆ ਤੇ ਕੋਸਟਿੰਗ ਘਟ ਜਾਂਦੀ ਹੈ, ਠੀਕ ਹੈ, ਜ਼ਿਆਦਾ ਬਲਕ 'ਚ ਚੀਜ਼ਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ, ਤੇ ਉਹਦੇ ਅਕੋਰਡਿੰਗਲੀ ਸਸਤਾ ਸੀਗਾ 8051 ਦੇ ਅਕੋਰਡਿੰਗਲੀ, ਉਹਦੇ ਕਰਕੇ ਵੀ ਇਹ ਕਾਫੀ ਪਪੂਲਰ ਰਿਹਾ ਕੰਟਰੋਲਰ, ਰਾਈਟ। ਤੇ ਕਾਫੀ ਸਾਰੀ ਐਪਲੀਕੇਸ਼ਨ ਵਿੱਚ ਵੀ ਇਹਨੂੰ ਯੂਜ਼ ਕਰਦੇ ਰਹੇ ਆ, ਅੱਜ ਵੀ ਯੂਜ਼ ਹੁੰਦਾ। ਕੋਈ ਆਪਾਂ ਵੈਸੇ ਤਾਂ ਆਰਡੀਨੋ ਨੇ ਇਹਨੂੰ ਖਤਮ ਕਰਤਾ ਹੋਇਆ ਚੀਜ਼ਾਂ ਨੂੰ ਸਾਰੀਆਂ ਨੂੰ, ਬਟ ਫਿਰ ਵੀ ਜਿਹੜੇ ਜਿਹਨੂੰ ਆਰਡੀਨੋ ਬਾਰੇ ਨਹੀਂ ਪਤਾ ਉਹ ਹਾਲੇ ਵੀ ਇਸ ਮਾਈਕਰੋ ਕੰਟਰੋਲਰ ਬੇਸਡ ਹੀ ਸਿਸਟਮ ਬਣਾਉਂਦੇ ਪਏ ਆ। ਐਂਡ ਸਾਨੂੰ ਐਜ਼ ਅ ਸਟੂਡੈਂਟ ਇਹ ਚੀਜ਼ਾਂ ਦਾ ਨਹੀਂ ਪਤਾ ਕਿ ਇਹ ਯੂਜ਼ ਵੀ ਹੁੰਦੇ ਹੋਣੇ ਕਿਤੇ ਕਿ ਨਹੀਂ, ਬਟ ਆਲਮੋਸਟ ਜਿਹੜੀਆਂ ਐਪਲੀਕੇਸ਼ਨਸ ਜਿੱਦਾਂ ਵਾਟਰ ਕੰਟਰੋਲਰ ਦੇ ਪ੍ਰੋਡਕਟ ਬਣ ਕੇ ਆਉਂਦੇ ਆ, ਜਾਂ ਡਿਸਪੈਂਸਰ ਬਣਦੇ ਪਏ ਆ, ਜਾਂ ਇਦਾਂ ਦੇ ਕੁਝ ਵੀ ਚੀਜ਼ਾਂ ਜਿਹੜੀਆਂ ਕਿ ਆਟੋਮੈਟਿਕਲੀ ਕੰਮ ਕਰ ਰਹੀਆਂ ਐਂਡ ਲੋਕਾਂ ਤੱਕ ਉਹ ਪਹੁੰਚ ਰਹੀਆਂ, ਪ੍ਰੋਡਕਟ ਬਣ ਕੇ ਆ ਰਹੇ, ਉਹਨਾਂ ਵਿੱਚ ਪਿਕ ਮਾਈਕਰੋ ਕੰਟਰੋਲਰ ਤੇ 8051 ਹੀ ਯੂਜ਼ ਹੋ ਰਹੇ ਆ, ਠੀਕ ਹੈ। ਆਰਡੀਨੋ ਜਿਹੜੀਆਂ ਇੰਡਸਟਰੀ ਹੈ ਨਾ ਉਹ ਆਰਡੀਨੋ ਨੂੰ ਨਹੀਂ ਯੂਜ਼ ਕਰਦੀ, ਬਿਕੋਜ਼ ਆਰਡੀਨੋ ਇਜ਼ ਅ ਟੈਂਪਰੇਰੀ ਪ੍ਰੋਸੈਸ। ਆਰਡੀਨੋ ਆਪਾਂ ਜਿਹੜਾ ਯੂਜ਼ ਕਰ ਰਹੇ ਨਾ ਉਹ ਇੱਕ ਜਿਹੜੀ ਚਿਪ ਹੈ, ਉਹ ਸਾਨੂੰ ਚਿਪ ਨਾਲ ਲਾਣੀ ਪੈਂਦੀ, ਔਰ ਉਹ ਤੁਸੀਂ ਦੇਖਿਆ ਹੋਣਾ ਉਹ ਚਿਪ ਤੇ ਆਪਾਂ ਪਿੰਨ ਜਿਹੜੀ ਲਗਾਉਂਦੇ ਆ ਉਹ ਪਿੰਨ ਉਹ ਹੁੰਦੀਆਂ, ਮਤਲਬ ਉਹ ਪਲੱਗ ਐਂਡ ਪਲੇ ਹੈ, ਉਹਨੂੰ ਉਤਾਰ ਸਕਦੇ ਆ ਆਰਾਮ ਨਾਲ, ਗਲੂ ਗਨ ਨਾਲ ਫਿਕਸ ਕਰਦੇ ਆ, ਹਨਾ। ਸੋਲਡਰਿੰਗ ਵਾਲਾ ਕੰਮ ਹੀ ਖਤਮ ਕਰਤਾ ਹਨਾ। ਪਰ ਪੁਰਾਣੇ ਜਿੰਨੇ ਵੀ ਸਰਕਟ ਆ ਉਹ ਸਾਰੇ ਸੋਲਡਰਿੰਗ ਦੇ ਨਾਲ ਲੱਗਦੇ ਸੀ, ਔਰ ਸੋਲਡਰਿੰਗ ਲਈ ਸਾਨੂੰ ਕੱਲਾ ਮੈਂ ਆਰਡੀਨੋ ਨੂੰ ਏਦਾਂ ਬਾਹਰ ਕੱਢ ਕੇ ਨਹੀਂ ਲਾ ਸਕਦਾ, ਮੈਨੂੰ ਉਹਨੂੰ ਪੂਰਾ ਇੱਕ ਸਰਕਟ ਬਣਾਉਣਾ ਪੈਂਦਾ। ਸੋ ਆਰਡੀਨੋ ਤਾਂ ਬਹੁਤ ਰੇਅਰ ਯੂਜ਼ ਹੁੰਦਾ ਹੈ, ਰੀਅਲ ਟਾਈਮ ਐਪਲੀਕੇਸ਼ਨਸ ਜ਼ਰੂਰ ਆਪਾਂ ਜ਼ਰੂਰ ਇੱਥੇ ਕੰਮ ਕਰ ਰਹੇ ਹਾਂ, ਬਟ ਪਹਿਲਾਂ ਸਾਰੇ ਇਹੀ ਚੱਲਦੇ ਸੀ, ਪਿਕ ਜਾਂ 8051, ਠੀਕ ਹੈ। ਤੇ ਡਿਊਰੇਬਿਲਿਟੀ ਇਹਦੀ ਆਰਡੀਨੋ ਨਾਲੋਂ ਜ਼ਿਆਦਾ ਹੈ, ਠੀਕ। ਸੋ ਇਹਦਾ ਆ ਪੈਕੇजेस ਦਿੱਤੇ ਹੋਏ ਆ, 8 ਪਿੰਨ ਦਾ ਡਿਪ ਪੈਕੇਜ ਹੁੰਦਾ ਸੀ, 18 ਪਿੰਨ ਦਾ ਹੁੰਦਾ ਸੀ, 28 ਪਿੰਨ ਦਾ ਹੁੰਦਾ ਸੀ, 40 ਪਿੰਨ ਦਾ ਹੁੰਦਾ ਸੀ, ਮੈਕਸਿਮਮ 68 ਪਿੰਨ ਦਾ ਹੁੰਦਾ, ਰਾਈਟ। ਤੋ ਹਰ ਫੈਮਿਲੀ ਦਾ ਆਪਣਾ ਇੱਕ ਨੰਬਰ ਹੁੰਦਾ, 12C50X 12C6, ਇਹਨੂੰ ਆਪਾਂ ਏਦਾਂ ਹੀ ਐਜ਼ ਇਟ ਇਜ਼ ਯਾਦ ਰੱਖ ਲੈਣਾ। ਆਪਾਂ ਬੇਸਿਕਲੀ ਨਾ ਇਹਦੇ ਸਾਨੂੰ ਪਿਕ ਮਾਈਕਰੋ ਕੰਟਰੋਲਰ ਤੇ ਆਰਡੀਨੋ ਦੀ ਦੋਨਾਂ ਦੀ ਉਹ ਹੈਗੀ ਇਹਦੇ ਵਿੱਚ ਇੰਟਰੋਡਕਸ਼ਨ, ਤੇ ਇਹਦੇ ਬਾਰੇ ਆ ਸਕਦਾ, ਆਰਕੀਟੈਕਚਰ ਆ ਸਕਦਾ ਇਹਦਾ, ਇਹਦੀਆਂ ਐਡਵਾਂਟੇजेस ਆ ਸਕਦੀਆਂ, ਇਹਦੀ ਐਪਲੀਕੇਸ਼ਨ ਆ ਸਕਦੀ ਹੈ। ਇੱਥੇ ਤੱਕ ਤੁਹਾਨੂੰ ਮੈਂ ਕਰਾਤਾ ਸੀ। ਹੁਣ ਜਿਹੜਾ ਨੈਕਸਟ ਟੌਪਿਕ ਹੈ ਉਹ ਸਾਡਾ ਹੈਗਾ ਆਰਕੀਟੈਕਚਰ ਆਫ ਪਿਕ ਮਾਈਕਰੋ ਕੰਟਰੋਲਰ। ਆਰਕੀਟੈਕਚਰ ਚ ਕੀ ਹੈ, ਇੱਥੋਂ ਦੇਖੋ ਤੁਸੀਂ, like many micros या microcontrollers the PIC is a Harvard not a von Neumann machine। ਹੁਣ ਇਹਦਾ ਜਿਹੜਾ ਆਰਕੀਟੈਕਚਰ ਹੈ that is based on Harvard, ਜਿਹਦੇ ਵਿੱਚ ਪ੍ਰੋਗਰਾਮ ਮੈਮਰੀ ਤੇ ਡਾਟਾ ਮੈਮਰੀ ਅਲੱਗ-ਅਲੱਗ ਹੁੰਦੀ ਹੈ। von Neumann ਵਿੱਚ ਕੀ ਹੁੰਦਾ ਸੀ, ਜਿੱਦਾਂ ਮਾਈਕਰੋ ਪ੍ਰੋਸੈਸਰ ਚ ਆਪਾਂ ਪੜਿਆ ਸੀ, ਪ੍ਰੋਗਰਾਮ ਮੈਮਰੀ ਡਾਟਾ ਮੈਮਰੀ ਇੱਕੋ ਵਿੱਚ ਹੀ ਹੁੰਦੀ ਸੀ, ਉਹਦੇ ਵਿੱਚੋਂ ਹੀ ਮਤਲਬ ਪਹਿਲਾਂ ਫੈਚ ਹੋਣਾ ਫਿਰ ਐਗਜ਼ੀਕਿਊਟ ਹੋਣਾ, ਇੱਕ ਸਿੰਗਲ ਪ੍ਰੋਸੈਸ ਸੀ। ਇਹ ਚ ਫੈਚਿੰਗ ਤੇ ਐਗਜ਼ੀਕਿਊਟਿੰਗ ਨਾਲ ਨਾਲ ਚੱਲਦੀ ਹੈ, ਠੀਕ ਹੈ। ਸੋ ਦਿਸ ਇਜ਼ ਕਾਲਡ ਅ ਹਾਰਵਰਡ ਆਰਕੀਟੈਕਚਰ। ਦਿਸ ਇਜ਼ ਸਿੰਪਲਰ ਐਂਡ ਫਾਸਟਰ। separate program bus and data buses there can be different width, ਦੋਨਾਂ ਦੀ ਆਪਣੀ ਆਪਣੀ width ਹੋ ਸਕਦੀ ਹੈ। data bits can be 8 bits, address bus can be of 16 bits, 20 bits depending on the pic microcontroller ਕਿਹੜਾ use ਕਰ ਰਹੇ ਆਪਾਂ। ਜਿੱਦਾਂ ਇਹਨਾਂ ਨੇ ਦਿੱਤਾ ਹੈ for example pic uses data memory for example 8 bit ਦੀ, program memory ਜਿਹਨੂੰ ROM ਕਹਿੰਦੇ ਆ that can be of 12 bit, 14 bit, 16 bit wide, ठीक है। और इट कैन बी ये जड़ी रोम है, इट कैन बी ईपी रोम, इट कैन बी फ्लैश मेमोरी, इट कैन बी सिंपल रोम। ये तीनों मोड च अलग अलग मिलती है, तो डिपेंड करता आप केड़ा पैकेज यूज कर रहे हैं। नेक्स्ट है मेन पार्ट्स है दे। मेन पार्ट्स विच की है, द मेन पार्ट्स ऑफ पिक माइक्रो कंट्रोलर आर रैम, फ्लैश मेमोरी, टाइमर्स एंड काउंटर्स, ईपी रोम, डबल ईपरोम, आईओ पोर्ट्स, यूसार्ट, सीसीपी। सीसीपी हुंदा है कैप्चर कंपेयर मॉड्यूल, PWM मॉड्यूल ਇਹਦੇ ਬਾਰੇ ਅੱਗੇ ਆਏਗਾ। SSP ਮੋਡ, ਕੰਪੈਰੇਟਰ, ADC, PSP, LCD, ISSP, ICSP, ਇਹ ਸਾਰੇ ਇਹਦੇ ਪਾਰਟਸ ਹੈ। ਮਤਲਬ ਕਾਫੀ ਫੀਚਰਸ ਐਡ ਅਪ ਹੋ ਗਏ ਐਸ ਕੰਪੇਅਰ ਟੂ 8051। ਉਹਦੇ ਚ ਸਿੰਪਲ ਰੋਮ ਯੂਜ਼ ਹੁੰਦੀ ਸੀ, ਇਹ ਚ ਡਬਲ ਈਪਰੋਮ ਯੂਜ਼ ਹੋ ਰਹੀ ਹੈ। ਉਹਦੇ ਚ ਟਾਈਮਰ ਕਾਊਂਟਰ ਕੁਝ ਹੋਰ ਨੰਬਰ ਸੀਗੇ, ਇਹਦੇ ਚ ਟਾਈਮਰ ਕਾਊਂਟਰ ਉਹਦੇ ਚ ਐਡੀਸ਼ਨ ਹੋ ਗਏ ਹੋਣੇ ਆ। ਫਲੈਸ਼ ਮੈਮਰੀ ਇਹਦੇ ਚ ਐਡ ਹੋ ਗਈ, ਉਹ UART ਤੇ ਕੰਮ ਕਰਦਾ ਸੀ, ਇਹ USART ਤੇ ਕਰਦਾ। ਕੁਝ ਮੋਡਿਊਲ ਕੰਪੈਰੇਟਰ ਇਹਦੇ ਇਨਬਿਲਟ ਹੁੰਦਾ, ਉਹਦੇ ਚ ADC ਐਕਸਟਰਨਲ ਲਾਣਾ ਪੈਂਦਾ ਸੀ, ਇਹਦੇ ਚ ADC ਇਨਬਿਲਟ ਹੁੰਦਾ, DAC ਵੀ ਇਨਬਿਲਟ ਹੁੰਦਾ, ਰਾਈਟ। ਸੋ ਕਾਫੀ ਚੀਜ਼ਾਂ ਇਹਦੇ ਚ ਐਡ ਅਪ ਹੋ ਗਈਆਂ ਪਿਕ ਮਾਈਕਰੋ ਕੰਟਰੋਲਰ ਚ। ਆ ਇਹਦਾ
ਤੁਸੀਂ ਆਰਕੀਟੈਕਚਰ ਬਣਾਉਣਾ, ਕਾਪੀ ਦੇ ਉੱਤੇ ਇਹਨੂੰ ਨੋਟ ਕਰ ਲੈਣਾ, ਠੀਕ ਹੈ। ਇਹਦੇ ਚ ਦੇਖੋ ਹੁਣ ਕੀ ਦਿੱਤਾ ਹੋਇਆ, ਜਿਹੜਾ ਓਸੀਲੇਟਰ ਹੈ ਉਹ 0 ਤੋਂ 20 ਮੈਗਾਹਰਟਜ਼ ਤੱਕ ਸਪੋਰਟ ਕਰਦਾ, ਜਦ ਕਿ ਉਹਦਾ ਜਿਹੜਾ ਸੀਗਾ ਉਹ ਸੀਗਾ 11 ਮੈਗਾਹਰਟਜ਼, ਠੀਕ ਹੈ, 11.592 0592। ਇਹਦੇ ਚ ਆਪਾਂ 0 ਤੋਂ 20 ਤੱਕ ਮੈਗਾਹਰਟਜ਼ ਤੱਕ ਓਸੀਲੇਟਰ ਪ੍ਰੋਵਾਈਡ ਕਰ ਸਕਦੇ ਹਾਂ। ਕੁਝ ਇਹਦਾ ਇੰਟਰਨਲ ਓਸੀਲੇਟਰ ਵੀ ਹੁੰਦਾ, ਆਪਾਂ ਉਹਦੇ ਤੋਂ ਵੀ ਕੰਮ ਲੈ ਸਕਦੇ ਹਾਂ, ਐਕਸਟਰਨਲ ਵੀ ਕਨੈਕਟ ਕਰ ਸਕਦੇ ਹਾਂ। ਜਿਹੜੀ ਸੀਰੀਅਲ ਕਮਿਊਨੀਕੇਸ਼ਨ ਹੈ, 3 ਮੋਡ ਹੁੰਦੇ ਆ। SPI ਮੋਡ, SPI ਹੁੰਦਾ ਸੀਰੀਅਲ ਪੈਰੀਫਰਲ ਇੰਟਰਕਨੈਕਟ, ਰਾਈਟ। I2C ਮੋਡ ਹੁੰਦਾ, USART ਮੋਡ ਹੁੰਦਾ। ਸੋ ਇਹ 3 ਮੋਡ ਦੇ ਉੱਤੇ ਸੀਰੀਅਲ ਕਮਿਊਨੀਕੇਸ਼ਨ ਕਰੇਗਾ। ਅੱਗੇ ਆਏਗਾ ਟਾਈਮਰਸ, ਮਿਨੀਮਮ ਟਾਈਮਰਸ ਇਹਦੇ 3 ਹੁੰਦੇ ਆ, ਠੀਕ ਹੈ। ਇਟ ਗੋਜ਼ ਅਪ ਟੂ ਹਾਇਰ ਲੈਵਲ ਅਕੋਰਡਿੰਗ ਟੂ ਦਾ ਪਿਕ ਮਾਈਕਰੋ ਕੰਟਰੋਲਰ ਕਿਹੜੀ ਫੈਮਿਲੀ ਦਾ ਯੂਜ਼ ਕਰ ਰਹੇ, ਬਟ ਮਿਨੀਮਮ 3 ਟਾਈਮਰਸ ਯੂਜ਼ ਹੁੰਦੇ ਆ। ਉਹਦੇ ਚ ਆਪਣੇ ਮਾਈਕਰੋ ਕੰਟਰੋਲਰ ਚ 2 ਹੁੰਦੇ ਸੀ, T0 ਐਂਡ T1, ਰਾਈਟ। ਦੈਨ ਇਹਦੀ ਜੇ ਮੈਮਰੀ ਦੀ ਗੱਲ ਕਰੀਏ, ਇਹਦੇ ਚ SFR ਹੁੰਦਾ, ਜਿੱਦਾਂ SFR ਉਹਦਾ ਵੀ ਸੀਗਾ, ਇਹਦੇ ਚ ਵੀ SFR ਹੋਏਗਾ। ਆਪਣਾ RAM ਜਿਹੜੀ ਆ ਉਹ ਇਹਦੀ ਆਪਣੀ ਹੁੰਦੀ ਹੈ, 368 ਦਿੱਤਾ ਹੋਇਆ ਬਾਈਟਸ ਇਹਦੇ ਚ, ਠੀਕ ਹੈ। ਪ੍ਰੋਗਰਾਮ ਮੈਮਰੀ 8K ਦਿੱਤੀ ਹੋਈ ਫੋਰ ਐਗਜ਼ਾਮਪਲ, ਤੇ EEPROM ਅਲੱਗ ਹੁੰਦੀ ਹੈ, that is 256, ਠੀਕ ਹੈ। ਸੋ ਮੈਮਰੀ ਚ ਵੀ ਐਡੀਸ਼ਨ ਆ ਗਈ। ਪਾਵਰ ਸਪਲਾਈ ਇਹਨੂੰ 2 ਤੋਂ 5.5 ਵੋਲਟ ਤੱਕ ਇਨਪੁਟ ਦੇ ਸਕਦੇ ਆ, DC ਸਪਲਾਈ ਤੇ ਕੰਮ ਕਰਦਾ ਹੈ, ਠੀਕ ਹੈ। ਇਹਦਾ ਜਿਹੜਾ CPU ਹੈ, ਹੁਣ ਦੇਖੋ ਇਹਦੀਆਂ ਸਿਰਫ 35 ਇੰਸਟਰਕਸ਼ਨਸ ਹੈ। ਸੋ ਦਿਸ ਇਜ਼ ਬੇਸਿਕਲੀ ਅ RISC CPU, RISC CPU, ਠੀਕ। ਇੰਟਰਪਟਸ ਇਹਦੀਆਂ ਆਪਣੀਆਂ ਹੋਣਗੀਆਂ, ਰਾਈਟ। WDT ਇਹਦੇ ਬਾਰੇ ਅੱਗੇ ਆਏਗਾ। ਉਸ ਤੋਂ ਬਾਅਦ ਆ CCP ਮੋਡਿਊਲ ਹੈ, ਇਹ 3 ਮੋਡ ਹੈਗੇ ਆ, CCP1, CCP2 ਤੇ PWM ਮੋਡ। ਇਹਦੇ ਬਾਰੇ ਵੀ ਅੱਗੇ ਆਏਗਾ, ਮੈਂ ਤੁਹਾਨੂੰ ਪੜਾਉਣਾ। A to D ਕਨਵਰਟਰ ਇਹਦੇ ਅੰਦਰ ਆਪਣਾ ਹੀ ਲੱਗਾ ਹੁੰਦਾ, ਉਹਦੇ ਅਕੋਰਡਿੰਗਲੀ V ਰੈਫਰੈਂਸ ਆਪਾਂ ਜਿੰਨੀ ਦਿੰਨੇ ਆ, ਸਾਨੂੰ ਉਹਦੇ ਅਕੋਰਡਿੰਗਲੀ ਜਿਹੜਾ ਡਿਜੀਟਲ ਸਿਗਨਲ ਹੈ ਕਨਵਰਟ ਕਰਕੇ ਦਿੰਦਾ, ਰਾਈਟ। ਪੋਰਟਸ ਇਹਦੇ ਦੇਖੋ 5 ਪੋਰਟਸ ਹੈ, ਜਿੱਦਾਂ ਉਹਦੇ ਵਿੱਚ 4 ਪੋਰਟ ਸੀ, ਇਹਦੇ ਵਿੱਚ ਇਨਬਿਲਟ 5 ਪੋਰਟਸ ਆਰ देयर, ਪੋਰਟ A B C D ਐਂਡ E, ਠੀਕ ਹੈ। ਹਰ ਪੋਰਟ ਨੂੰ 25 ਮਿਲੀ ਐਂਪੀਅਰ ਦਾ ਕਰੰਟ ਚਾਹੀਦਾ ਫॉर ਇਨਪੁਟ ਪਰਪਸ, ਐਂਡ ਆਊਟਪੁੱਟ ਵੀ 25 ਮਿਲੀ ਐਂਪੀਅਰ ਦੇ ਕਰੰਟ ਦੀ ਦਿੰਦੇ, ਰਾਈਟ। ਸੋ ਦਿਸ ਇਜ਼ ਆਰਕੀਟੈਕਚਰ ਆਫ ਪਿਕ ਮਾਈਕਰੋ ਕੰਟਰੋਲਰ, ਠੀਕ ਹੈ ਇੱਥੇ ਤੱਕ। ਹਾਂਜੀ ਹਾਂਜੀ ਸਰ। ਹਾਂਜੀ ਹਾਂਜੀ ਸਰ। ਨੈਕਸਟ CPU ਦੀ ਗੱਲ ਕਰੀਏ ਤਾਂ CPU ਵਿੱਚ ਦੇਖੋ ਕੀ ਕੀ ਲੱਗਾ ਆ। ਇਟ ਇਜ਼ ਨਾਟ ਡਿਫਰੈਂਟ। CPU ਦਾ ਨਾਰਮਲ ਕੰਮ ਹੁੰਦਾ, ਜੋ ਸਾਨੂੰ ਬਾਕੀਆਂ ਦਾ ਪਤਾ ਉਹੀ ਚੀਜ਼ ਹੋਏਗੀ, ਠੀਕ ਹੈ। ਸਿਰਫ ਇਹਦਾ ਹੋਊਗਾ ਇਹਦੇ ਚ ਕੁਝ ALU ਦੀ ਵਿਡਥ ਜ਼ਿਆਦਾ ਹੋ ਸਕਦੀ, ਬਟ ਉਹ ਵੀ 8 ਬਿਟ ਹੈ, ਬਿਕੋਜ਼ 8 ਬਿਟ ਦਾ ਕੰਟਰੋਲਰ ਯੂਜ਼ ਕਰ ਰਹੇ। ਮੈਮਰੀ ਯੂਨਿਟ ਇਹਦਾ ਥੋੜਾ ਜਿਹਾ ਜ਼ਿਆਦਾ ਹੋ ਸਕਦਾ, ਬਾਕੀ ਕੰਮ CPU ਦਾ ਸੇਮ ਹੀ ਹੈ ਕਿ ਸਾਰੀਆਂ ਚੀਜ਼ਾਂ ਨੂੰ, ਪ੍ਰੋਸੈਸਿੰਗ ਨੂੰ ਕੰਟਰੋਲ ਕਰਨਾ ਐਂਡ ਕੰਟਰੋਲ ਸਿਗਨਲ ਨੂੰ ਜਨਰੇਟ ਕਰਨਾ, ਕਿ ਕਿੱਧਰੋਂ ਡਾਟਾ ਚੱਕਣਾ, ਕਿੱਧਰ ਦੇਣਾ ਆ, ਕਿਹੜੇ ਪੈਰੀਫਲ ਨੂੰ ਕਿੰਨੀ ਸਪੀਡ ਦੇ ਉੱਤੇ ਕੰਮ ਲੈ ਕੇ ਆਣਾ। CPU ਦਾ ਹੀ ਕੰਮ ਹੋਏਗਾ, ਠੀਕ ਹੈ। ਅਰਥਮੈਟਿਕ ਆਪਰੇਸ਼ਨਸ, ਲੌਜੀਕਲ ਆਪਰੇਸ਼ਨਸ, ਆਪਾਂ ਆਲਰੇਡੀ ਇਹ ਚੀਜ਼ਾਂ ਪੜ੍ਹੀਆਂ ਹੋਈਆਂ। ਇਹਦੇ ਵਿੱਚ ALU ਹੈ, ਮੈਮਰੀ ਯੂਨਿਟ ਹੁੰਦਾ, ਕੰਟਰੋਲ ਯੂਨਿਟ ਹੁੰਦਾ, ਐਕਿਊਮੂਲੇਟਰ ਹੁੰਦਾ ਆਪਣਾ, ਜਿਹਦੇ ਚ ALU ਜਿਹੜਾ ਹੁੰਦਾ that is used for arithmetic operations ਤੇ logical decision ਲੈਂਦਾ, ਠੀਕ ਹੈ। memory used for storing the instruction which is to be processed and also storing the instruction after processing. control bus unit ਦਾ ਕੰਮ ਹੁੰਦਾ to use for controlling all the peripherals which are connected to CPU, ਠੀਕ ਹੈ। accumulator ਦਾ ਕੰਮ ਹੁੰਦਾ temporary data ਨੂੰ store ਕਰਕੇ ਰੱਖਣਾ, ਤੇ ਜਿਹੜਾ result ਆ ਰਿਹਾ after the arithmetic or logical operation ਉਹਨੂੰ store ਕਰਕੇ ਰੱਖਣਾ, ਠੀਕ ਹੈ। and H ਦਿੱਤਾ ਹੋਇਆ as I said earlier, PIC microcontroller supports the RISC architecture. RISC stands for reduced instruction set computer, ठीक है, that is reduced instruction set computer. If a computer or a controller is said that it support reduced instruction set, you should remember the following points. On RISC architecture ਦਾ ਜੋ meaning ਹੈ ਉਹ ਦਿੱਤਾ ਹੋਇਆ ਇਹਨਾਂ ਨੇ, it has very few instructions. ਸਭ ਤੋਂ ਪਹਿਲਾ ਜਿਹੜਾ ਇਹਦਾ ਫੀਚਰ ਹੈ RISC architecture ਦਾ ਉਹ ਹੈਗਾ ਕਿ ਇਹਦੀਆਂ instructions ਬਹੁਤ ਘੱਟ ਹੋਣਗੀਆਂ, approximately 35, ਠੀਕ ਹੈ, which are used in the program. Length of the instruction is small. ਜਿਹੜੀ length ਹੋਏਗੀ, ਜਿੱਦਾਂ ਇੱਕ instruction 3 ਬਾਈਟ ਦੀ ਵੀ ਆਪਾਂ ਪੜ੍ਹੀ ਹੋਈ ਹੈ, ਇਹਦੇ ਚ ਉਹ length ਵੀ ਘਟ ਜਾਂਦੀ ਹੈ, ਠੀਕ ਹੈ। and fixed, ਔਰ ਉਹ ਫਿਕਸਡ ਰਹਿੰਦੀ ਹੈ। ਕੁਝ instruction 14 ਬਿਟਸ ਦੀਆਂ ਹੋਣਗੀਆਂ, ਕੁਝ 16 ਦੀਆਂ, ਔਰ ਫਿਕਸਡ ਹੁੰਦੀ ਹੈ, ਮਤਲਬ ਉਹਨੂੰ ਇੱਕ instruction ਅਗਰ 14 ਬਿਟ ਦੀਆਂ, ਸਾਰੀਆਂ 14 ਬਿਟ ਦੀਆਂ ਹੋਣਗੀਆਂ, ਠੀਕ ਹੈ। so that is basically benefit of that RISC architecture, and it takes some amount of time for processing, ਔਰ ਜਿਹਦੇ ਕਰਕੇ ਉਹ ਕੀ ਹੈ, ਉਹਦੀ ਐਗਜ਼ੀਕਿਊਸ਼ਨ ਫਾਸਟ ਹੋ ਜਾਏਗੀ। ਅਗਰ 3 ਬਾਈਟ ਦੀ ਮੈਂ ਕਹਿ ਰਿਹਾ ਇੰਸਟਰਕਸ਼ਨ, ਉਹ 3 ਬਾਈਟ ਨੂੰ ਐਗਜ਼ੀਕਿਊਟ ਕਰਨ ਲੱਗੇ ਉਹਨੇ ਹੀ ਕਲੌਕ ਸਾਈਕਲ ਜ਼ਿਆਦਾ ਯੂਜ਼ ਕਰੇਗਾ। ਅਗਰ ਉਹ ਫਿਕਸਡ ਹੋਣਗੀਆਂ ਤੇ ਮਿਨੀਮਮ ਹੋਣਗੀਆਂ ਤਾਂ ਸਪੀਡ ਫਾਸਟ ਹੋ ਜਾਏਗੀ, ਠੀਕ ਹੈ, ਕਲੌਕ ਸਾਈਕਲ ਘੱਟ ਤੋਂ ਘੱਟ ਯੂਜ਼ ਹੋਣਗੇ। as the instruction is small, it will take less time to process. In other words, CPU will be fast.
ਸੋ ਬੇਸਿਕਲੀ ਡਾਇਰੈਕਟਲੀ ਗੱਲ ਕਰੀਏ ਤਾਂ CPU ਦੀ ਸਪੀਡ ਵੱਧ ਜਾਂਦੀ ਹੈ RISC ਆਰਕੀਟੈਕਚਰ ਨਾਲ। ਕੰਪਾਈਲਰ ਨੀਡ ਨਾਟ ਟੂ ਬੀ ਕੰਪਲੈਕਸ ਐਂਡ ਡੀਬਗਿੰਗ ਵਿਲ ਬੀ ਈਜ਼ੀ ਇਨ ਪ੍ਰੋਗਰਾਮਿੰਗ ਪੁਆਇੰਟ ਆਫ ਵਿਊ, ਜਿਹਦੇ ਕਰਕੇ ਹੁਣ ਜੇ ਇੰਸਟਰਕਸ਼ਨ ਸੈੱਟ ਘਟ ਗਿਆ ਤੇ ਜੇ ਇੰਸਟਰਕਸ਼ਨ ਦੀ ਲੈਂਥ ਘਟ ਗਈ ਤੇ ਉਹਦੇ ਕਰਕੇ ਜਿਹੜਾ ਕੰਪਾਈਲਰ ਯੂਜ਼ ਹੋ ਰਿਹਾ ਇਹਦੇ ਵਿੱਚ ਉਹਦਾ ਜਿਹੜਾ ਸੌਫਟਵੇਅਰ ਹੁੰਦਾ ਉਹ ਵੀ ਬਹੁਤ ਈਜ਼ੀ ਹੋ ਜਾਂਦਾ, ਉਹਨੂੰ ਵੀ ਜ਼ਿਆਦਾ ਕੰਪਲੈਕਸ ਬਣਾਉਣ ਦੀ ਲੋੜ ਨਹੀਂ ਹੁੰਦੀ। ਠੀਕ ਹੈ, ਸੋ ਦਿਸ ਇਜ਼ ਆਲ ਅਬਾਊਟ ਫੀਚਰਸ ਆਫ RISC, CPU ਦੇ ਵਿੱਚ ਹੀ ਆਰਕੀਟੈਕਚਰ ਆ। ਠੀਕ ਹੈ, ਨੈਕਸਟ ਹੈ ਮੈਮਰੀ। ਹੁਣ ਜਿਹੜੀ ਮੈਮਰੀ ਯੂਜ਼ ਹੋ ਰਹੀ ਹੈ, the memory module in the PIC microcontroller that consist of RAM, ਆਪਣੀ RAM ਹੁੰਦੀ ਹੈ ਜੀ, ਆਪਣੀ ROM ਹੁੰਦੀ ਹੈ ਐਂਡ ਸਟੈਕ ਹੁੰਦਾ, ਉਹ ਸਾਨੂੰ ਆਲਰੇਡੀ ਪਤਾ ਹੈ ਚੀਜ਼ਾਂ ਅਵੇਲੇਬਲ ਹੁੰਦੀਆਂ। ਅਬ RAM is an unstable memory, RAM ਸਾਨੂੰ ਪਤਾ ਕੀ ਹੁੰਦਾ, this is basically a temporary memory, ਇਹਨੂੰ unstable memory ਵੀ ਕਿਹਾ ਜਾਂਦਾ, which is used to store the data temporarily in its register, ਜੋ ਇਹਦੇ ਰਜਿਸਟਰਸ ਹੋਣਗੇ ਇਨਬਿਲਟ ਬਣੇ, SFR ਹੋਊਗੀ, ਉਹ ਸਾਰੇ RAM ਦੇ ਅੰਡਰ ਆਣਗੇ ਔਰ ਉਹ ਟੈਂਪਰੇਰੀ ਡਾਟਾ ਨੂੰ ਸਟੋਰ ਕਰਾਂਗੇ ਤਾਂ ਕਿ ਇੰਸਟਰਕਸ਼ਨਸ ਜਿਹੜੀਆਂ ਆਪਾਂ ਵਿੱਚ ਲਿਖ ਰਹੇ ਆ ਉਹਨੂੰ ਐਗਜ਼ੀਕਿਊਟ ਕਰਾ ਸਕੀਏ, ਰਾਈਟ। ਕਿਤੋਂ ਡਾਟਾ ਚੱਕ ਰਹੇ ਆ, ਕਿਤੇ ਡਾਟਾ ਸਟੋਰ ਕਰ ਰਹੇ ਆ, ਤਾਂ ਉਹ ਚੀਜ਼ਾਂ 'ਚ RAM ਯੂਜ਼ ਹੋਏਗੀ ਆਪਾਂ। ਦ RAM ਮੈਮਰੀ ਇਜ਼ ਕਲਾਸੀਫਾਈਡ ਇਨਟੂ 2 ਬੈਂਕਸ, ਇਹਦੇ ਵਿੱਚ ਉਹਦੇ 2 ਬੈਂਕਸ ਹੋਣਗੇ RAM ਦੇ, ਐਂਡ ਈਚ ਬੈਂਕ ਕੰਸਿਸਟ ਆਫ ਸੋ ਮੈਨੀ ਰਜਿਸਟਰਸ, ਹਰ ਬੈਂਕ 'ਚ 2 ਬੈਂਕ ਹੈ, ਦੋਨਾਂ 'ਚ ਅਲੱਗ-ਅਲੱਗ ਰਜਿਸਟਰਸ ਹੋਣਗੇ ਆਪਣੇ। These are classified into 2 types, which are SFR and GPR. SFR stands for Special Function Register, GPR stands for General Purpose Register. ਇਹ already ਆਪਾਂ 8051 ਵਿੱਚ ਵੀ ਡਿਸਕਸ ਕਰ ਚੁੱਕੇ ਹਾਂ। SFR ਦਾ ਸਪੈਸ਼ਲ ਫੰਕਸ਼ਨ ਕੰਮ ਹੁੰਦਾ, ਠੀਕ ਹੈ, ਔਰ ਹਰ ਰਜਿਸਟਰ ਦਾ ਆਪਣਾ ਇੱਕ ਡਿਫਰੈਂਟ ਐਡਰੈਸ ਹੋਏਗਾ, ਡਿਫਰੈਂਟ ਕੰਮ ਹੋਏਗਾ। GPR ਜਿਹੜੀ ਆ ਉਹ ਸਿੰਪਲ ਬੇਸਿਕ ਮੈਮਰੀ ਹੁੰਦੀ ਹੈ ਜਿਹਦੇ 'ਚ ਆਪਾਂ ਜਿਹੜੇ ਮਰਜ਼ੀ ਐਡਰੈਸ ਵਿੱਚ ਰੈਂਡਮਲੀ ਡਾਟਾ ਨੂੰ ਸਟੋਰ ਕਰ ਸਕਦੇ ਹਾਂ, ਉੱਥੋਂ ਫੈਚ ਕਰ ਸਕਦੇ ਹਾਂ ਜਦੋਂ ਸਾਨੂੰ ਲੋੜ ਹੋਈ। ਠੀਕ ਹੈ, ਤੋ ਨੈਕਸਟ ਉਹਦੇ ਬਾਰੇ ਦਿੱਤਾ ਹੋਇਆ GPR ਤੇ SFR ਬਾਰੇ। ਇਹਦੇ 'ਚ GPR ਦਿੱਤਾ, these registers are used for general purpose only as the name implies. For example, if we want to multiply 2 numbers by using PIC microcontroller, generally we use register for multiplying and storing the number in another register. Normally ਉਹ ਕਹਿੰਦਾ ਕਿ ਐਗਜ਼ਾਮਪਲ ਹੈ ਕਿ ਮਲਟੀਪਲਾਈ ਕਰਨਾ ਦੋ ਡਾਟਾ ਨੂੰ, ਠੀਕ ਹੈ, 2 ਅਲੱਗ-ਅਲੱਗ ਡਾਟਾ ਨੂੰ, ਤੇ ਦੋਨਾਂ ਲਈ ਆਪਾਂ GPR ਯੂਜ਼ ਕਰ ਸਕਦੇ ਹਾਂ। ਮਤਲਬ ਇੱਕ ਡਾਟਾ 8 ਬਿਟ ਦਾ ਕਿਸੇ ਇੱਕ ਐਡਰੈਸ ਤੇ ਰੱਖਤਾ, ਦੂਜਾ ਡਾਟਾ ਕਿਸੇ ਦੂਜੇ ਤੇ ਰੱਖਤਾ, ਠੀਕ ਹੈ। ਸੋ these register don't have any special function, so basic ਹੈ, ਇਸ ਕਰਕੇ ਇਹਦਾ ਨਾਮ ਜਨਰਲ ਪਰਪਸ ਨਾਮ ਪਾਤਾ, right? CPU can easily access the data in these registers. Next is special function register, and these are used for special purpose, ਨਾਮ 'ਚ ਹੀ ਦਿੱਤਾ ਹੋਇਆ। These register will perform according to the function assigned to them, ਜੋ ਉਹਨਾਂ ਨੂੰ ਕੰਮ ਦਿੱਤਾ ਗਿਆ ਸਿਰਫ ਉਹੀ ਇਹਨਾਂ ਨੇ ਕਰਨਾ, ਠੀਕ ਹੈ, SFR ਨੇ। And they can't be used as normal register. For example, you can't use the status register for storing the data. ਹੁਣ ਆਪਾਂ ਇਹਨਾਂ ਨੂੰ ਡੀਪ 'ਚ ਨਹੀਂ ਜਾਣਾ, ਆਪਾਂ ਇਹਦੇ ਹਰ SFR ਬਾਰੇ ਨਹੀਂ ਪੜ੍ਹਨਾ। ਜਿੱਦਾਂ ਕੰਟਰੋਲਰ 8051 ਦਾ ਪੜ੍ਹਿਆ ਸੀ ਨਾ, 21 SFR ਸੀ, ਸਾਰਿਆਂ ਦਾ ਆਪਾਂ ਫੰਕਸ਼ਨ ਪੜ੍ਹਿਆ ਸੀ, ਇਹਦੇ ਵਿੱਚ ਏਦਾਂ ਦਾ ਕੁਝ ਨਹੀਂ ਪੜਾਂਗੇ, ਬਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ SFR ਹੁੰਦੇ ਆ ਤੇ ਸਾਰਿਆਂ ਦਾ ਆਪਣਾ ਆਪਣਾ ਕੰਮ ਹੁੰਦਾ। ਇੱਕ ਐਗਜ਼ਾਮਪਲ ਇਹਨਾਂ ਨੇ ਦਿੱਤੀ ਹੈ ਸਟੇਟਸ ਰਜਿਸਟਰ ਦੀ, ਜਿਹਦਾ ਕੰਮ ਹੈ these registers are used for showing the operation ਔਰ ਸਟੇਟਸ ਆਫ ਦਾ ਪ੍ਰੋਗਰਾਮ, ਉਹ ਸਿਰਫ ਸਟੇਟਸ ਹੀ ਦੱਸਣਗੇ ਪ੍ਰੋਗਰਾਮ ਦਾ, ਤਾਂ ਉਹ ਇੱਕ ਸਪੈਸ਼ਲ ਕੰਮ ਹੋ ਗਿਆ ਉਹਦਾ, ਠੀਕ ਹੈ। ਸੋ ਯੂਜ਼ਰ ਕਾਂਟ ਚੇਂਜ ਦਾ ਫੰਕਸ਼ਨ ਆਫ ਦਾ SFR, ਦਾ ਫੰਕਸ਼ਨ ਇਜ਼ ਗਿਵਨ ਬਾਈ ਰਿਟੇਲਰ ਐਟ ਦਾ ਟਾਈਮ ਆਫ ਮੈਨੂਫੈਕਚਰਿੰਗ। ਇਹਦਾ ਜਿਹੜਾ ਕੰਮ ਹੈ, ਜਿਹਨੂੰ ਜੋ ਸਮਝਾਇਆ ਗਿਆ, ਉਹ ਕਿੰਨੇ ਸਮਝਾਇਆ, ਮੈਨੂਫੈਕਚਰਰ ਨੇ ਸਮਝਾਇਆ, ਤੇ ਉਸੇ ਟਾਈਮ ਤੇ ਹੀ ਸਿਰਫ ਇਹਨਾਂ ਨੂੰ ਜੋ ਪ੍ਰੋਗਰਾਮਿੰਗ ਕਰਤੀ ਇਹਨੇ ਉਹ ਕੰਮ ਕਰੀ ਜਾਣਾ, ਕੋਈ ਨੂੰ ਯੂਜ਼ਰ ਨਹੀਂ ਚੇਂਜ ਕਰ ਸਕਦਾ, ਠੀਕ ਹੈ। ਰਾਈਟ ਸਾਈਡ ਤੇ ਆ ਦਿੱਤੀ ਹੋਈ ਹੈ SFR, ਆ ਸਾਡਾ SFR ਆ, ਸਾਡਾ GPR ਹੈ, ਠੀਕ ਹੈ, ਆ ਸਾਡੀ ROM ਹੈਗੀ ਹੈ, ਇਹਨੂੰ ਅੱਗੇ ਪੜਾਂਗੇ। ਹਾਂਜੀ, ਹੁਣ ROM ਦੇ ਵਿੱਚ ਦੇਖੋ 3 ਤਰ੍ਹਾਂ ਦੀ ਮੈਮਰੀ ਦਿੱਤੀ ਹੋਈ ਹੈ, ਸਿੰਪਲ ROM ਦਿੱਤਾ ਹੈ, ਡਬਲ EEPROM ਦਿੱਤਾ ਹੈ ਤੇ ਫਲੈਸ਼ ਮੈਮਰੀ ਦਿੱਤੀ ਹੈ। ਇਹਦੇ 'ਚ ਜਿਹੜਾ ਫਲੈਸ਼ ਮੈਮਰੀ ਹੈ ਦੈਟ ਇਜ਼ ਐਨ ਐਡੀਸ਼ਨਲ ਪਾਰਟ, ਜੋ ਕਿ ਸਾਨੂੰ 8051 'ਚ ਨਹੀਂ ਮਿਲਿਆ ਸੀ। ਇਹਦੇ ਨਾਲ ਇਹਦੀ ਸਪੀਡ ਹੋਰ ਵੱਧ ਜਾਂਦੀ ਹੈ। ਕਿੱਦਾਂ ਵੱਧਦੀ ਹੈ ਉਹਦੇ ਬਾਰੇ ਗੱਲ ਕਰਦੇ। ROM ਇਜ਼ ਅ ਸਟੇਬਲ ਮੈਮਰੀ। ਸਭ ਤੋਂ ਪਹਿਲਾਂ ROM ਬਾਰੇ ਦੱਸਿਆ, ਆਲਰੇਡੀ ਸਟੱਡੀਡ ਹੈ ਸਾਰਾ ਮਟੀਰੀਅਲ, ਬਟ ਫਿਰ ਵੀ ਆਪਾਂ ਇਹਦੇ ਨੂੰ ਗੋ ਥਰੂ ਹੋਵਾਂਗੇ ਕਿ ਕੱਲ ਨੂੰ ਅਗਰ ਆਰਕੀਟੈਕਚਰ ਆਫ PIC ਮਾਈਕਰੋਕੰਟਰੋਲਰ ਆ ਜੇ ਤਾਂ ਆਪਾਂ ਨੂੰ ਕੀ ਲਿਖਣਾ ਹੈ ਸਾਨੂੰ ਪਤਾ ਹੋਣਾ ਚਾਹੀਦਾ, ਰਾਈਟ। So it is a stable memory which is used to store the data permanently. In PIC microcontroller, the architecture ROM stores the instruction or program. ਇਹਨੂੰ ਆਪਾਂ program memory ਕਿਉਂ ਕਹਿੰਦੇ, because these are used to store the program, ਠੀਕ ਹੈ। ਜੋ ਆਪਾਂ instruction ਦੇ ਰਹੇ ਹਾਂ ਉਹ ਸਾਰਾ ਕੁਝ ROM ਦੇ ਵਿੱਚ ਜਾ ਕੇ ਸੇਵ ਹੋ ਰਿਹਾ, ਐਂਡ ਉਹ ਪਰਮਾਨੈਂਟਲੀ ਰਹਿ ਰਿਹਾ ਕਿ ਆਪਾਂ ਮੈਂ ਅੱਜ ਇੱਕ ਮਾਈਕਰੋ ਕੰਟਰੋਲਰ ਤੋਂ ਐਪਲੀਕੇਸ਼ਨ ਬਣਾਈ ਹੈ, ਫੋਰ ਐਗਜ਼ਾਮਪਲ ਬਲੂਟੁੱਥ ਦੇ ਨਾਲ ਇਸ ਰੂਮ ਦੀਆਂ ਲਾਈਟਸ ਚਲਾਉਣ ਲਈ,
ਤਾਂ ਉਹਦੇ 'ਚ ਆਪਾਂ ਪਿਕ ਮਾਈਕਰੋ ਕੰਟਰੋਲਰ ਜੇ ਯੂਜ਼ ਕਰ ਰਹੇ ਹਾਂ, ਮੈਂ ਪ੍ਰੋਗਰਾਮ ਬਰਨ ਕਰਤਾ, ਉਸ ਤੋਂ ਬਾਅਦ ਉਹਨੇ ਸਾਰੀ ਉਮਰ ਉਹੀ ਕੰਮ ਕਰੀ ਜਾਣਾ। ਉਹ ਏਦਾਂ ਕਿਉਂ ਕਰ ਰਿਹਾ? ਬਿਕੋਜ਼ ਇਟ ਇਜ਼ ਸੇਵਡ ਇਨ ਦਾ ਰੋਮ ਦੇ ਵਿੱਚ ਪਾ ਰਹੇ ਆ, ਤਾਂ ਹੀ ਉਹਨੂੰ ਪ੍ਰੋਪਰਲੀ ਬਾਰ-ਬਾਰ ਯੂਜ਼ ਕਰ ਰਿਹਾ। ਜੇ ਉਹ ਰੈਮ ਦੇ ਵਿੱਚ ਹੀ ਆਪਾਂ ਰੱਖਦੇ ਉਸ ਚੀਜ਼ ਨੂੰ, ਪ੍ਰੋਗਰਾਮ ਨੂੰ, ਤਾਂ ਉਹਦੇ ਨਾਲ ਕੀ ਹੋਣਾ ਸੀ, ਜਿੱਦਾਂ ਹੀ ਉਹ ਬੰਦ ਹੋਣਾ ਸੀ ਸਾਰਾ ਡਾਟਾ ਲਾਸ ਹੋ ਜਾਣਾ ਸੀ, ਰਾਈਟ। ਸੋ ਇਟ ਇਜ਼ ਤੇ ਸਰ ਚੇਂਜ ਨਹੀਂ ਕਰ ਸਕਦੇ ਆਪਾਂ ਇਹਦਾ ਪ੍ਰੋਗਰਾਮ? ਉਹ ਬਾਰ-ਬਾਰ ਫਿਰ ਸਾਨੂੰ ਉਹੀ ਨਾ, ਉਹਨੂੰ ਪਹਿਲਾਂ erase ਕਰਨਾ ਪੈਣਾ। ਜਿੱਦਾਂ ਆਪਾਂ ਲਾਸਟ ਟਾਈਮ ਕੀਲ ਵਿੱਚ ਕੀ ਕੀਤਾ ਸੀ, ਪਹਿਲਾਂ ਆਪਾਂ ਉਹਨੂੰ ਫਲੈਸ਼ ਕਰਦੇ ਆ, ਠੀਕ ਹੈ, ਉੱਥੇ ਆਂਦਾ ਸੀ ਨਾ ਕਿ ਕਲੀਅਰ ਆਲ ਮੈਮਰੀ, ਉਹਨੂੰ ਟਿਕ ਕਰਤਾ ਸੀ, ਫਿਰ ਆਪਾਂ ਬਰਨ ਕਰਦੇ ਸੀ, ਮਤਲਬ ਉਹ ਪੁਰਾਣਾ ਡਾਟਾ ਸਾਰਾ ਲੋਸਟ ਹੋ ਜਾਂਦਾ ਸੀ, ਨਵਾਂ ਉਹਦੇ ਤੇ। ਇਹ ਵੀ ਇਦਾਂ ਹੀ ਹੈ ਪਹਿਲੇ? ਇਹ ਵੀ ਇਦਾਂ ਹੀ ਹੈ। ਕੋਈ ਵੀ ਮਾਈਕਰੋ ਕੰਟਰੋਲਰ ਰੋਮ ਚ ਪ੍ਰੋਗਰਾਮ ਡਿਲੀਟ ਕਰਕੇ, ਹਾਂ, ਕੋਈ ਵੀ ਮਾਈਕਰੋ ਕੰਟਰੋਲਰ ਲੈ ਲਓ, ਚਾਹੇ ਆਰਡੀਨੋ ਹੈ, ਜਿੰਨੀ ਦੇਰ ਤੱਕ ਪੁਰਾਣਾ ਨਹੀਂ ਨਾ ਡਿਲੀਟ ਕਰੋਗੇ ਤੁਸੀਂ ਨਵੀਂ ਚੀਜ਼ ਨਹੀਂ ਪਾ ਸਕਦੇ ਉਹ 'ਚ, ਹਨਾ। ਸਰ ਆਪਾਂ ਜਦੋਂ ਐਡ ਕਰੀਦਾ ਪੁਰਾਣਾ ਆਪੇ ਡਿਲੀਟ ਹੋ ਜਾਂਦਾ ਨਾ? ਹਾਂ, ਉਹ ਮਤਲਬ ਉਹਦਾ ਫੀਚਰ ਹੈ ਨਾ, ਉਹ ਆਪੇ ਹੀ ਡਿਲੀਟ ਹੋ ਜਾਂਦਾ। ਪਰ ਕਈ ਜਗ੍ਹਾ ਤੇ ਸਾਨੂੰ ਕਈ ਸੌਫਟਵੇਅਰ ਇਦਾਂ ਦੇ ਹੁੰਦੇ, ਸਾਨੂੰ ਟਿਕ ਕਰਨੀ ਪੈਂਦੀ ਉਹ ਚੀਜ਼, ਜਿੱਦਾਂ ਕੀਲ ਵਿੱਚ ਸੀਗਾ, ਫਲੈਸ਼ ਮੈਜਿਕ 'ਚ, ਠੀਕ ਹੈ। ਸੋ ਹੋਣਾ ਓਵਰਰਾਈਟ ਹੀ ਹੈ, ਕਿਉਂਕਿ ਐਡਰੈਸ ਲਿਮਿਟਡ ਹੈ, ਸਾਰਿਆਂ ਕੋਲ ਸਪੇਸ ਆਪਣੀ ਲਿਮਿਟਡ ਹੈ, ਤੇ ਜੇ ਸਪੇਸ ਲਿਮਿਟਡ ਹੈ ਦੈਟ ਮੀਨਸ ਸਾਨੂੰ ਉਹਦੇ ਉੱਪਰ ਹੀ ਬਾਰ-ਬਾਰ ਨਵਾਂ ਪ੍ਰੋਗਰਾਮ ਪਾਣਾ ਪੈਣਾ। ਤੇ ਉਹਨੂੰ ਕੰਮ ਵੀ ਇੱਕ ਹੀ, ਮਤਲਬ ਉਹਨੂੰ ਜੇ ਮੈਂ ਕੰਮ ਮੰਨ ਲਓ ਕਹਿਤਾ ਇੱਕ ਪਾਸੇ ਬਲੂਟੁੱਥ ਨਾਲ ਕਨੈਕਟ ਹੋਣਾ, ਦੂਜੇ ਪਾਸੇ ਮੈਂ ਕਹਿਤਾ ਜੀ ਇਹਨੂੰ ਵਾਇਰਲੈਸ ਮੋਡ ਤੇ ਕਨੈਕਟ ਕਰਨਾ, ਦੋਨੋਂ ਅਲੱਗ-ਅਲੱਗ ਫੰਕਸ਼ਨ ਹੈ। ਹੁਣ ਉਹ ਐਟ ਏ ਟਾਈਮ ਇੱਕ ਹੀ ਕੰਮ ਕਰੂਗਾ, ਸੋ ਮੈਂ ਦੋਨੋਂ ਚੀਜ਼ਾਂ ਨਹੀਂ ਐਡ ਕਰ ਸਕਦਾ, ਜੇ ਕਰੂੰਗਾ ਕੰਫਲਿਕਟ ਆਏਗਾ, ਠੀਕ ਹੈ। ਸੋ ਇੱਕ ਨੂੰ ਰੇਜ਼ ਕਰਕੇ ਹੀ ਦੂਜਾ ਉਹਦੇ ਤੇ ਆਪਾਂ ਓਵਰਰਾਈਟ ਕਰਾਂਗੇ। ਸੋ ਰੋਮ ਦਾ ਹੀ ਕੰਮ ਹੈ ਕਿ ਜੋ ਚੀਜ਼ ਪਾਤੀ ਸਾਰੀ ਉਮਰ ਕੰਮ ਉਹੀ ਕਰੇਗਾ, ਪਰ ਜਿੱਦਾਂ ਹੀ ਉਹਨੂੰ ਓਵਰਰਾਈਟ ਕਰਤਾ ਉਹਨੇ ਕੰਮ ਚੇਂਜ ਕਰ ਦੇਣਾ। ਹੁਣ ਡਿਪੈਂਡ ਕਰਦਾ ਜੇ ਰੋਮ 'ਚ ਖਾਲੀ ਨਹੀਂ ਕਰ ਸਕਦੇ ਆਪਾਂ, ਜਿੱਦਾਂ ਹੁਣ ਮੈਂ ਤੁਹਾਨੂੰ ਲਾਸਟ ਟਾਈਮ ਵੀ ਐਗਜ਼ਾਮਪਲ ਦਿੱਤੀ ਸੀ ਕਿ ਗੇਮ ਵਿੱਚ ਜਿਹੜੀਆਂ ਆਪਾਂ ਪੁਰਾਣੀਆਂ ਗੇਮਸ ਖੇਡਦੇ ਸੀ, ਉਹ 'ਚ ਇੱਕ ਵਾਰ ਰਾਈਟ ਕਰਤਾ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ, ਉਹ ਸਾਰੀ ਉਮਰ ਉਹ ਗੇਮ ਹੀ, ਹਨਾ। ਸਾਡਾ ਟੀਵੀ ਦਾ ਰਿਮੋਟ ਵੀ ਜਿਹੜਾ ਹੈ ਉਹ ਰੋਮ ਤੇ ਕੰਮ ਕਰਦਾ, ਉਹਦੇ 'ਚ ਇੰਸਟਰਕਸ਼ਨ ਪਈਆਂ ਹੋਈਆਂ ਕਿ ਆਹ ਬਟਨ ਪ੍ਰੈਸ ਕਰਾਂਗੇ ਤਾਂ ਇੱਕ ਹੀ ਚੱਲੇਗਾ, ਤਾਂ ਸਾਰੀ ਉਮਰ ਉਹਨੇ ਉਹੀ ਕੰਮ ਕਰਨਾ, ਉਹਨੂੰ ਚੇਂਜ ਨਹੀਂ ਕਰ ਸਕਦੇ, ਠੀਕ ਹੈ। ਠੀਕ ਹੈ। ਸੋ ਇਹ ਰੋਮ ਹੋ ਗਿਆ ਤੇ ਪਰਮਾਨੈਂਟਲੀ ਸਟੋਰ ਹੁੰਦਾ। ਨੈਕਸਟ ਹੈ ਡਬਲ ਈਪਰੋਮ। ਡਬਲ ਈਪਰੋਮ ਦੀ ਫੁੱਲ ਫਾਰਮ ਸਾਨੂੰ ਪਤਾ ਹੈ, ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ। ਇਹ 'ਚ ਆਪਾਂ ਕੱਲੀ ਲਾਈਨਸ, ਕੱਲੇ ਐਡਰੈਸ ਨੂੰ ਆਪਾਂ ਆਪਣੇ ਹਿਸਾਬ ਨਾਲ ਡਿਲੀਟ ਕਰ ਸਕਦੇ ਹਾਂ, ਠੀਕ ਹੈ। ਸੋ ਇਹਦੇ ਵਿੱਚ ਉਹ ਵੀ ਲੱਗੀ ਹੁੰਦੀ ਹੈ ਕਿ ਆਪਾਂ ਮਲਟੀਪਲ ਟਾਈਮਸ ਮਲਟੀਪਲ ਪ੍ਰੋਗਰਾਮਿੰਗ ਕਰ ਸਕਦੇ ਹਾਂ। ਤੇ ਫਲੈਸ਼ ਮੈਮਰੀ ਕੀ ਹੁੰਦਾ? ਇਟ ਇਜ਼ ਆਲਸੋ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਦਿਸ ਇਜ਼ ਅ PROM in which we can read, write and erase the program thousands of times. Generally the PIC microcontroller uses this type of ROM. ਹੁਣ ਡਿਪੈਂਡ ਕਰਦਾ ਕਿ ਕਿਹੜਾ PIC ਦਾ ਮਾਈਕਰੋਕੰਟਰੋਲਰ ਕਿਹੜੀ ਮੈਮਰੀ ਲੱਗੀ ਹੋ, ਕਈਆਂ 'ਚ ROM ਹੋਏਗੀ, ਕਈਆਂ 'ਚ ਡਬਲ EEPROM ਹੋਏਗੀ, ਕਈਆਂ 'ਚ ਫਲੈਸ਼ ਮੈਮਰੀ ਹੋਏਗੀ। ਜਿਹੜੀ ਫਲੈਸ਼ ਮੈਮਰੀ ਹੈ that is faster than all the memories, right? next ਹੈ ਸਟੈਕ ਦਾ ਵੀ ਸਾਨੂੰ ਕੰਮ ਪਤਾ। ਜਦੋਂ ਕੋਈ ਇੰਟਰਪਟ ਆਉਂਦੀ ਹੈ ਤੇ ਜਾਂ ਜਦੋਂ ਕੋਈ ਆਪਾਂ ਕਹਿੰਦੇ ਆ ਹੋਰ ਕੀ ਚੀਜ਼ ਇੰਟਰਪਟ ਕਰ ਸਕਦੀ, ਇੱਕ ਤਾਂ ਇੰਟਰਪਟ ਆ ਗਈ, ਜਾਂ ਆਪਾਂ ਕਹਿ ਸਕਦੇ ਆ ਕਾਲ ਆਪਾਂ ਕਰਦੇ ਆ, ਠੀਕ ਹੈ, ਕਿਸੇ ਇੰਸਟਰਕਸ਼ਨ ਨੂੰ, ਠੀਕ ਹੈ, ਕਿਸੇ ਸਬ ਰੂਟੀਨ ਨੂੰ ਕਹਿ ਲਓ। ਸਬ ਰੂਟੀਨ ਨੂੰ ਜਦੋਂ ਕਾਲ ਕੀਤਾ ਜਾਂਦਾ ਉਸ ਟਾਈਮ ਤੇ ਕੀ ਹੁੰਦਾ, ਟੈਂਪਰੇਰੀ ਟਾਈਮ ਲਈ ਸਾਨੂੰ ਜਿਹੜਾ ਡਾਟਾ ਹੈ ਉਹ ਸਟੋਰ ਕਰਨਾ ਪੈਂਦਾ, ਮਤਲਬ ਪ੍ਰੋਗਰਾਮ ਕਾਊਂਟਰ ਦਾ ਜਿਹੜਾ ਐਡਰੈਸ ਹੈ ਉਹ ਸਾਨੂੰ ਸਟੋਰ ਕਰਨਾ ਪੈਂਦਾ। ਉਹ ਕਿੱਥੇ ਸਟੋਰ ਕਰਦੇ? ਸਟੈਕ ਦੇ ਵਿੱਚ, ਠੀਕ ਹੈ। So when an interrupt occurs, first the PIC microcontroller has to execute the interrupt and the existing process address then that is being executed is stored in the stack. ਹੁਣ ਉਹ ਸਟੈਕ ਦੇ ਵਿੱਚ ਆਪਾਂ ਟੈਂਪਰੇਰੀਲੀ ਐਡਰੈਸ ਸਟੋਰ ਕਰ ਦਿੰਨੇ ਆ। ਜਦੋਂ ਸਟੋਰ ਕਰ ਦਿੰਨੇ ਆ ਆਪਾਂ ਆਪਣੇ ਕੰਮ ਕਰਨ ਲਈ ਚੱਲ ਜਾਂਦੇ ਅੱਗੇ। ਜਿੱਦਾਂ ਹੀ ਕੰਪਲੀਸ਼ਨ ਹੁੰਦੀ ਹੈ ਵਾਪਸ ਉਹ ਸਟੈਕ ਤੋਂ ਡਾਟਾ ਚੱਕਦਾ, ਐਡਰੈਸ ਚੱਕਦਾ ਤੇ ਉਹ ਉੱਥੋਂ ਹੀ ਪ੍ਰੋਸੈਸ ਸ਼ੁਰੂ ਕਰਦਾ ਜਿੱਥੋਂ ਛੱਡ ਕੇ ਗਿਆ ਸੀ। ਸੋ ਸਟੈਕ ਇਜ਼ ਆਲਸੋ ਅ ਟੈਂਪਰੇਰੀ ਮੈਮਰੀ ਜੋ ਕਿ ਯੂਜ਼ ਹੁੰਦੀ PIC ਕੰਟਰੋਲਰ 'ਚ, ਰਾਈਟ। ਨੈਕਸਟ ਹੈ IO ports। IO ports 'ਚ ਕੀ ਹੈ? 5 ਤਰ੍ਹਾਂ ਦੇ ਪੋਰਟ ਦਿੱਤੇ ਹੋਏ ਇਹਨਾਂ ਨੇ ਹੁਣ PIC 16 ਸੀਰੀਜ਼ ਦੇ ਅਕੋਰਡਿੰਗਲੀ ਦਿੱਤੇ ਆ। The series of PIC 16 consists of 5 ports such as port A, B, C, D and E, ਜਿਹਦੇ ਚੋਂ A port ਜਿਹੜਾ ਹੈ ਉਹ 16-bit port ਹੈ and it can be used as input or output port based on the status of TRISA. TRISA stands for TRADOC Intelligence Port Activity Register, ਠੀਕ ਹੈ। ਇਹਨਾਂ ਦੇ ਕਾਫੀ ਅੰਦਰ ਕਾਫੀ ਹੈਵੀ ਮਤਲਬ ਆਪਾਂ ਕਹਿ ਸਕਦੇ ਹਾਂ ਟਰਮੀਨੋਲੋਜੀ ਯੂਜ਼ ਕੀਤੀ ਗਈ ਹੈ ਉਸ ਆਰਕੀਟੈਕਚਰ ਨੂੰ ਡਿਫਾਈਨ ਕਰਨ ਲਈ। ਸੋ 16 ਬਿਟ ਦਾ ਪੋਰਟ ਆਪਾਂ ਯਾਦ ਰੱਖਣਾ। ਜਿਹੜਾ B ਪੋਰਟ ਹੈ ਉਹ ਹੈਗਾ 8 ਬਿਟ ਦਾ ਪੋਰਟ। ਇਟ ਕੈਨ ਬੀ ਯੂਜ਼ਡ ਐਜ਼ ਬੋਥ ਇਨਪੁਟ ਐਂਡ ਆਊਟਪੁਟ। C ਪੋਰਟ ਵੀ ਜਿਹੜਾ ਹੈ 8 ਬਿਟ ਦਾ ਆ। D ਪੋਰਟ ਵੀ 8 ਬਿਟ ਦਾ ਆ। It act as a slave port for connection to the microprocessor bus, right?
एंड जेड़ा ई पोर्ट है वो 3 बिट पोर्ट है which serves the additional function of the control signal to the analog to digital converter, वो specially made for the ADC, right? So 5 ports हो गए। उस तो बाद बस की गल करिए तो there are 2 buses here, डाटा बस ते एड्रैस बस है। सानू पता है डाटा बस ਜਿਹੜੀ ਹੈ it is only used for transfer or receive the data। एड्रैस बस ਦੇ ਉੱਪਰ ਆਪਾਂ ਜਿਹੜਾ ਹੈ ਐਡਰੈਸ ਨੂੰ ਐਡਰੈਸ ਦਿੰਨੇ ਆ ਤਾਂ ਕਿ ਉਹ ਰੈਮ ਜਾਂ ਰੋਮ ਤੋਂ डाटा ਚੱਕ ਕੇ ਲਿਆਵੇ। ਪਹਿਲਾਂ ਐਡਰੈਸ ਦਵਾਂਗੇ ਤਾਂ ਹੀ ਉੱਥੇ ਪਹੁੰਚੇਗਾ ਕੰਟਰੋਲ ਸਿਗਨਲ, ਉਹਨੂੰ ਪਹੁੰਚਾਵਾਂਗੇ। ਉਸ ਤੋਂ ਬਾਅਦ ਆਪਾਂ ਡਾਟਾ ਉੱਥੋਂ ਫੈਚ ਜਾਂ ਐਗਜ਼ੀਕਿਊਟ ਕਰ ਪਾਵਾਂਗੇ, ਡਾਟਾ ਨੂੰ ਰੀਡ ਜਾਂ ਰਾਈਟ ਕਰ ਪਾਵਾਂਗੇ, ਠੀਕ ਹੈ। ਸੋ ਐਡਰੈਸ ਬੱਸ ਇਜ਼ ਯੂਜ਼ਡ ਟੂ ਟ੍ਰਾਂਸਮਿਟ ਦਾ ਮੈਮਰੀ ਐਡਰੈਸ ਫਰੋਮ ਵਨ ਪੈਰੀਫਲ ਟੂ ਦਾ CPU, ਠੀਕ ਹੈ। ਇਹਦੇ ਚ ਐਕਸਟਰਨਲ ਪੈਰੀਫਲਸ ਵੀ ਆ ਸਕਦੇ ਆ ਲਾਈਕ GSM, GPS, Bluetooth, IR, ਇਹਨਾਂ ਦੇ ਆਪਣੇ ਐਡਰੈਸ ਹੁੰਦੇ ਆ ਸਾਰਿਆਂ ਦੇ। ਉਤੋਂ ਮਤਲਬ ਆਪਣੇ एड्रैस तो डाटा उत्थे तक पहुंचाना। सो एड्रैस बस इज यूज्ड फॉर दैट पर्पस, राइट। नेक्स्ट है A to D कन्वर्टर। ये भी ऑलरेडी आपां पढ़िया होया A to D कन्वर्टर की हुंदा है। बेसिकली एनालॉग वॉइस नु, एनालॉग सिग्नल नु, हुन जिन्ने सेंसर है सारे एनालॉग इन नेचर हुंदे आ। कोई फायर नु सेंस कर रहा है, कोई टैंपरेचर नु सेंस कर रहा है, कोई पानी नु सेंस कर रहा है, वाटर लेवल नु, ठीक है। सो सारे एनालॉग कम्युनिकेशन करते हो, मतलब एनालॉग सिग्नल लेंदे ਉਹਨੂੰ ਇਲੈਕਟ੍ਰੀਕਲ ਸਿਗਨਲ ਚ ਕਨਵਰਟ ਕਰ ਦਿੰਦੇ ਔਰ ਉਹ ਐਨਾਲੌਗ ਸਿਗਨਲ ਹੀ ਬੰਦਾ। ਉਹਨੂੰ ਡਿਜੀਟਲ ਚ ਕਨਵਰਟ ਕਰਨਾ ਉਹ ਕੰਮ ਹੈਗਾ A to D ਕਨਵਰਟਰ। ਜਿੰਨੇ ਕੰਟਰੋਲਰ ਹੈ ਡਿਜੀਟਲ ਤੇ ਕੰਮ ਕਰਦੇ ਆ, ਠੀਕ ਹੈ। ਸੋ ਉਹਦੇ ਲਈ ਸਾਨੂੰ A to D ਕਨਵਰਟਰ ਯੂਜ਼ ਕਰਨਾ ਪੈਂਦਾ। ਤੋ ਕਈ 8051 ਦੇ ਵਿੱਚ ਜਿਹੜਾ ਕਨਵਰਟਰ ਹੈ ਉਹ ਹੁੰਦਾ ਆ ਸਾਡਾ ਆਊਟਰ, ਮਤਲਬ ਉਹ ਆਪਾਂ 0808 ਬਾਹਰੋਂ ਲੈਣੇ ਆ ਜਾਂ 0804, ਸਾਡਾ ਇਨਬਿਲਟ ਨਹੀਂ ਹੁੰਦਾ। ਇਹਦੇ ਵਿੱਚ ਇਨਬਿਲਟ ਹੈ, ठीक है। ये आप ही कन्वर्ट कर देना, मतलब आप एनालॉग इनपुट देने हैं, ऑटोमेटिकली इट इज कन्वर्टेड इनटू डिजिटल फॉर्म, ठीक है। सो द मेन इंटेंशन ऑफ दिस ADC is to convert analog voltage into digital voltage. This consists of 5 inputs for 28 pin devices। ਇਹਦੇ ਚ 5 ਪਿੰਨਾਂ ਹੁੰਦੀਆਂ ADC ਦੀਆਂ। ਜੇ 28 ਪਿਨ ਦਾ ਡਿਵਾਈਸ ਹੈ, ਮਤਲਬ 28 ਪਿਨ ਦਾ ਕੰਟਰੋਲਰ ਹੈ, ਉਹਦੇ ਚ 5 ਇਨਪੁਟ ADC ਲਈ ਬਣੀ ਹੈ। ਤੇ ਜੇ 40 ਪਿਨ ਦਾ ਹੈ ਤਾਂ 8 ਇਨਪੁਟ ਬਣੀ ਹੈ ਫॉर ADC पर्पस, ठीक है। The operation of ADC is controlled by दो special register है, AD-Con0 ਤੇ AD-Con1। is specially made for the ADC purpose। The upper bits of the converter are stored into ADRESH। ਇਹ ਵੀ ਇੱਕ ਰਜਿਸਟਰ ਹੈ ਜਿਸ ਚ ਉਹਦੇ ਜਿਹੜੇ ਬਿਟ ਕਨਵਰਟ ਹੋ ਰਹੇ ਆ, ਡਿਜੀਟਲ ਬਣ ਰਹੇ ਆ, ਉਹ ਇਹਦੇ ਵਿੱਚ ਸਟੋਰ ਹੁੰਦੇ ਆ। ਤੇ ਜਿਹੜਾ ਲੋਅਰ ਬਿਟ ਆਫ ਕਨਵਰਟਰ that are stored into ADRESL, ठीक है। For this operation it requires 5 volt of analog reference voltage, ठीक है। So this is the main process of A to D converter। next है timer counter। ਹੁਣ ਇਹਦੇ ਚ ਜਿਹੜੇ ਟਾਈਮਰ ਤੇ ਕਾਊਂਟਰ ਹੈ ਨਾਰਮਲੀ ਉਹ 3 ਯੂਜ਼ ਹੁੰਦੇ ਆ, ਮਿਨੀਮਮ 3। it has ਹੁਣ ਇਹਨਾਂ ਨੇ ਜਿਹੜਾ 16 ਫੈਮਿਲੀ ਦੇ ਅਕੋਰਡਿੰਗਲੀ ਦੱਸਿਆ ਹੋਇਆ, it has 4 timer or counter wherein one 8-bit timer and the remaining timer have 8 or 16-bit mode। ਮਤਲਬ ਇਹਦੇ ਚ 3 ਮਿਨੀਮਮ ਹੋ ਸਕਦੇ, ਬਟ ਜਿਹੜੀ ਇਹ ਫੈਮਿਲੀ ਦੀ ਗੱਲ ਕਰ ਰਹੇ ਉਹ ਚ 4 ਹੈ, ਜਿਹਦੇ ਚੋਂ ਇੱਕ 8 ਬਿਟ ਦਾ ਤੇ ਬਾਕੀ ਜਿਹੜੇ ਉਹ ਜਾਂ ਤਾਂ 8 ਬਿਟ ਜਾਂ 16 ਬਿਟ ਮੋਡ ਤੇ ਕੰਮ ਕਰ ਸਕਦੇ ਆ, ਠੀਕ ਹੈ। ਤੇ ਇਹਨਾਂ ਦਾ ਕੰਮ ਸਾਨੂੰ ਪਤਾ ਕੀ ਹੈ, ਟਾਈਮਰ ਦਾ ਕੰਮ ਕੀ ਹੈ ਤੇ ਕਾਊਂਟਰ ਦਾ ਕੰਮ ਕੀ ਹੈ। ਟਾਈਮ ਡਿਲੇ ਨੂੰ ਕ੍ਰੀਏਟ ਕਰਨਾ ਹੈ ਜਾਂ ਆਪਾਂ ਕਿਸੇ ਇਵੈਂਟਸ ਕਿੰਨੇ ਹੋ ਗਏ ਉਹਨੂੰ ਕਾਊਂਟ ਕਰਨਾ ਤਾਂ ਕਾਊਂਟਰ ਦਾ ਕੰਮ ਹੈ, ਰਾਈਟ। ਨੈਕਸਟ ਇੰਟਰਪਟ। ਇਹਦੇ ਵਿੱਚ 20 ਇੰਟਰਨਲ ਇੰਟਰਪਟਸ ਹੈ ਐਂਡ 3 ਐਕਸਟਰਨਲ ਇੰਟਰਪਟ ਹੈ। ਜਿਹੜੀਆਂ 3 ਐਕਸਟਰਨਲ ਇੰਟਰਪਟ ਹੈ ਉਹ ਹੈਗੀਆਂ ਸਾਡੇ ਕੋਲ ADC, USART ਤੇ timers, ठीक है। these are 3 external interrupt ਤੇ 20 internal interrupts। ਸਾਰਿਆਂ ਦੇ ਆਪਣੇ ਵੈਕਟਰ ਐਡਰੈਸ ਹੋਣਗੇ। ਨੈਕਸਟ ਹੈ ਸੀਰੀਅਲ ਕਮਿਊਨੀਕੇਸ਼ਨ। ਹੁਣ ਸੀਰੀਅਲ ਕਮਿਊਨੀਕੇਸ਼ਨ ਚ 3 ਮੋਡ ਤੇ ਕੰਮ ਕਰਦਾ ਹੈ। 8051 ਦੀ ਗੱਲ ਕਰੀਏ ਉਹਦਾ ਇੱਕ ਮੋਡ ਸੀ UART, ਯੂਨੀਵਰਸਲ ਏਸਿੰਕ੍ਰੋਨਸ, ਦੈਨ ਆਪਾਂ ਰਿਸੀਵਰ ਟਰਾਂਸਮਿਟਰ ਕਹਿੰਦੇ ਆ। ਇਹ USART ਤੇ ਕੰਮ ਕਰਦਾ ਹੈ, ਯੂਨੀਵਰਸਲ ਸਿੰਕ੍ਰੋਨਸ ਏਸਿੰਕ੍ਰੋਨਸ ਰਿਸੀਵਰ ਟਰਾਂਸਮਿਟਰ, ਠੀਕ ਹੈ। So it is different from that microcontroller। The USART stands for Universal Synchronous and Asynchronous Receiver and Transmitter, which is a serial communication for 2 protocols। It is used for transmitting and receiving the data bit by bit over a single wire with respect to clock pulse। ਹੁਣ ਇਹਦਾ ਮੇਨ ਕੰਮ ਕੀ ਹੈ, bit by bit ਡਾਟਾ ਨੂੰ ਟ੍ਰਾਂਸਮਿਟ ਕਰਨਾ ਟ੍ਰਾਂਸਮਿਟਰ ਐਂਡ ਤੋਂ ਲੈ ਕੇ ਰਿਸੀਵਰ ਤੱਕ। ਐਂਡ ਸੀਰੀਅਲ ਕਮਿਊਨੀਕੇਸ਼ਨ ਚ ਕੰਮ ਕਰੇਗਾ। ਸੋ 2 ਵਾਇਰਸ ਯੂਜ਼ ਹੋ ਰਹੀਆਂ ਸਿਰਫ, that is TXD ਤੇ RXD, ਠੀਕ ਹੈ। ਟ੍ਰਾਂਸਮਿਟ ਕਰਨ ਲਈ TXD, ਰਿਸੀਵ ਕਰਨ ਲਈ RXD, and these pins are used for transmitting and receiving the data serially। ਇਸ ਤੋਂ ਇਲਾਵਾ 2 ਮੋਡ ਹੋਰ ਹੈ ਸੀਰੀਅਲ ਕਮਿਊਨੀਕੇਸ਼ਨ ਦੇ, that is SPI protocol which stands for serial peripheral interface।
This protocol is used to send data between PIC controller and other peripherals such as SD card, sensor, shift register. ਹੁਣ ਇਹਦਾ protocol ਅਲੱਗ ਹੈ, ਮਤਲਬ ਆਪਾਂ ਵੰਡੇ ਹੋਏ ਆ devices ਕਿ ਜੇ ਤਾਂ ਆਪਾਂ fast devices ਜਿਹੜੇ fast clock cycle ਤੇ ਕੰਮ ਕਰਦੇ ਆ ਉਹਨਾਂ ਦੇ ਨਾਲ ਆਪਾਂ ਕਮਿਊਨੀਕੇਸ਼ਨ ਕਰਨੀ ਹੈ ਤਾਂ ਪ੍ਰੋਟੋਕੋਲ ਵੰਡਦੇ ਆ। ਜਿੱਦਾਂ ਇਹਨਾਂ ਨੇ ਕਿਹਾ SD ਕਾਰਡ ਲਾਣਾ ਤਾਂ SBI ਪ੍ਰੋਟੋਕੋਲ ਦੇ ਉੱਤੇ ਕੰਮ ਚੱਲੇਗਾ, ਸੈਂਸਰ ਲਾਣੇ ਤਾਂ SPI ਪ੍ਰੋਟੋਕੋਲ ਤੇ ਕੰਮ ਚੱਲੇਗਾ, ਸ਼ਿਫਟ ਰਜਿਸਟਰ ਲਾਣੇ ਤਾਂ ਵੀ ਉੱਤੇ ਚੱਲੇਗਾ। ਠੀਕ ਹੈ, these controller support 3-wire SPI communication between two devices on a common clock source. The data rate of SPI protocol is more than that of USART. मतलब ਇਹਦਾ ਜਿਹੜਾ data rate ਹੈ, speed ਹੈ, that is faster than the USART. ਏਦਾਂ ਹੀ ਇੱਕ ਹੋਰ ਮੋਡ ਹੈਗਾ, that is I2C protocol. I2C ਦੀ full form ਹੁੰਦੀ integrated circuit. It is a serial protocol which is used to connect low speed devices. ਹੁਣ ਜਿਹੜੇ low speed ਵਾਲੇ ਹੁੰਦੇ ਆ ਉਹਨਾਂ ਲਈ ਅਲੱਗ protocol ਬਣਾਤਾ I2C, integrated circuit ਨਾਮ ਦਿੱਤਾ ਹੋਇਆ ਉਹਨੂੰ। ਉਹਦੇ ਵਿੱਚ ਕੀ ਆਂਦਾ, ਡਬਲ EEPROM ਦੇ ਨਾਲ ਆਪਾਂ ਇੰਟਰਫੇਸਿੰਗ ਕਰਾਣੀ ਹੈ, ਮਤਲਬ ਐਕਸਟਰਨਲ ਮੈਮਰੀ ਦੇ ਨਾਲ ਇੰਟਰਫੇਸਿੰਗ ਕਰਾਣੀ ਹੈ ਤਾਂ ਇਸ ਪ੍ਰੋਟੋਕੋਲ ਤੇ ਕੰਮ ਕਰਾਂਗੇ। ਕਿਸੇ ਦੂਜੇ ਮਾਈਕਰੋ ਕੰਟਰੋਲਰ ਨਾਲ ਇੰਟਰਫੇਸਿੰਗ ਕਰਾਣੀ ਤਾਂ ਵੀ I2C ਪ੍ਰੋਟੋਕੋਲ ਤੇ ਹੋਏਗੀ। ਬਾਹਰੋਂ A to D ਕਨਵਰਟਰ ਲੈਣਾ ਤੇ ਤਾਂ ਵੀ I2C ਪ੍ਰੋਟੋਕੋਲ ਤੇ ਹੋਏਗਾ। ਠੀਕ ਹੈ, ਇਹਦੇ ਵਿੱਚ 2 ਵਾਇਰਸ ਯੂਜ਼ ਹੁੰਦੀਆਂ, ਰਾਈਟ, which can work on both master and slave device. ਤੇ ਇਹ basically master ਤੇ slave devices ਦੇ ਵਿੱਚ ਮਤਲਬ ਇੱਕ ਮਾਸਟਰ ਦੀ ਤਰ੍ਹਾਂ ਐਕਟ ਕਰੇਗਾ, ਦੂਜਾ slave device ਦੀ ਤਰ੍ਹਾਂ ਐਕਟ ਕਰਦਾ। ਠੀਕ ਹੈ, ਸੋ ਡੀਪ ਚ ਨਹੀਂ ਜਾਣਾ, ਬਟ ਵੀ ਸ਼ੁੱਡ ਮਤਲਬ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਆਰਕੀਟੈਕਚਰ, ਰਾਈਟ। ਸੋ oscillators are used for timing generation. ਸਾਨੂੰ ਪਤਾ ਇਹਦਾ ਕੰਮ ਕੀ ਹੁੰਦਾ oscillator ਦਾ, ਕਿ ਜਿਹੜਾ ਇੰਟਰਨਲੀ ਜਿੰਨੀ ਵੀ ਸਪੀਡ ਦੇ ਉੱਤੇ ਜਾਂ ਕਲੌਕ ਸਾਈਕਲ ਪ੍ਰੋਵਾਈਡ ਕਰਦਾ ਟੂ ਦਾ ਇੱਕ ਮਾਈਕਰੋ ਕੰਟਰੋਲਰ, ਕਿਸੇ ਵੀ ਕੰਟਰੋਲਰ ਨੂੰ ਕਿਸੇ ਵੀ ਡਿਜੀਟਲ ਸਿਸਟਮ ਨੂੰ ਕੰਮ ਕਰਨ ਦੇ ਲਈ oscillator ਦੀ ਲੋੜ ਪੈਂਦੀ ਹੈ ਕਿ ਕਿਸ ਸਪੀਡ ਦੇ ਉੱਤੇ ਉਹ ਕੰਮ ਕਰਨਗੇ। ਐਂਡ ਇੰਟਰਨਲ ਕਲੌਕ ਜਨਰੇਸ਼ਨ ਜਿਹੜੀ ਆ ਥਰੂ oscillator ਹੀ ਹੋਏਗੀ, ਰਾਈਟ। ਸੋ ਇਟ ਕੰਸਿਸਟ ਆਫ ਐਕਸਟਰਨਲ oscillator। ਆਪਾਂ ਇਹਨੂੰ ਜਿੱਦਾਂ ਮਾਈਕਰੋ ਕੰਟਰੋਲਰ 8051 ਨੂੰ RC oscillator ਲਗਾਉਂਦੇ ਆ, ਠੀਕ ਹੈ, ਇਦਾਂ ਹੀ ਇਹਨੂੰ ਵੀ ਐਕਸਟਰਨਲ oscillator ਦੇ ਨਾਲ ਜੋੜ ਸਕਦੇ ਆ, RC oscillator ਔਰ crystal oscillator ਦੀ ਹੈਲਪ ਨਾਲ, where the crystal oscillator is connected between 2 oscillator pins. ਜਿਹੜਾ oscillator ਹੈ crystal oscillator ਉਹ 2 pins ਦਿੱਤੀਆਂ ਹੁੰਦੀਆਂ, XTAL1 XTAL2, ਉਹਨਾਂ ਦੇ ਵਿੱਚ ਆਪਾਂ ਇਹ ਲਗਾਉਂਦੇ ਆ। ਠੀਕ ਹੈ, ਨਾਲ RC constant circuit ਵੀ ਲਗਾ ਦਿੰਦੇ ਆ। The value of the capacitor is connected to every pin that decides the mode of the operation of the oscillator. ਆਵਾਜ਼ ਆ ਰਹੀ ਹੈ ਜਪਜੀਤ, ਇਹਨੂੰ ਮਿਊਟ ਕਰ ਲਾ। The modes are crystal mode, high speed mode and low power mode. ਹੁਣ 3 ਮੋਡ ਹੁੰਦੇ crystal oscillator ਦੇ, high speed, low power mode ਤੇ crystal mode ਦੇ ਉੱਤੇ ਕੰਮ ਕਰਦਾ। In case of RC oscillator, the value of resistor and capacitor determines the clock frequency which is in the range of 30 kilohertz to 4 megahertz. ਅਗਰ ਆਪਾਂ RC oscillator use ਕਰਦੇ ਆ ਤਾਂ 30 kilohertz ਤੋਂ ਲੈ ਕੇ 4 megahertz ਤੱਕ ਉਹ oscillations produce ਕਰਦਾ, ਜੋ ਕਿ ਆਪਾਂ ਕੰਟਰੋਲਰ ਨੂੰ ਦਿੰਦੇ ਆ। ਠੀਕ ਹੈ, next है CCP module. CCP module च की है, the name CCP module stands for capture, compare, PWM, where it works in 3 modes such as capture mode, compare mode ਤੇ PWM mode. ਇਹਦੇ ਵਿੱਚ additional feature ਹੈ ਇੱਕ CCP module ਦਾ, 3 mode ਚ ਕੰਮ ਕਰਦਾ ਹੈ, capture mode, compare mode ਤੇ PWM mode. capture mode ਚ ਕੀ ਹੈ, it captures the time of arrival of a signal, or in other words when the CCP pin goes high it captures the value of timer 1. normally ਕੀ ਹੈ ਕਿ ਬਾਹਰੋਂ ਜਦੋਂ ਸਾਨੂੰ ਕੋਈ ਸਿਗਨਲ ਆਂਦਾ ਪਿਆ ਜਾਂ ਆਪਾਂ ਕੋਈ ਡਿਲੇ ਆ ਰਿਹਾ ਤੇ ਇਹ ਹਰ ਚੀਜ਼ ਨੂੰ ਇੱਕ ਕੈਪਚਰ ਕਰੇਗਾ, ਮਤਲਬ ਇੱਕ ਕਾਈਂਡ ਆਫ ਇੱਕ ਸਾਡਾ ਇੱਕ ਏਦਾਂ ਦਾ ਮੋਡ ਹੈ ਜਿਹਦੇ ਚ ਟਾਈਮਰ ਲੱਗਾ ਹੋਇਆ ਜੋ ਟਾਈਮਸ ਨੂੰ ਕਾਊਂਟ ਕਰੇਗਾ। ਠੀਕ ਹੈ, ਕਿ ਸਿਗਨਲ ਆ ਗਿਆ, ਇਹਨੇ ਇਸ ਪਿਨ ਤੇ ਸਟੇਟਸ ਦੇ ਦੇਣਾ ਕਿ ਕੋਈ ਸਿਗਨਲ ਆ ਰਿਹਾ, ਉਹਨੂੰ ਕੈਪਚਰ ਕਰੀ ਜਾਣਾ, ਮਤਲਬ ਉਹਦੇ ਤੇ ਨਜ਼ਰ ਰੱਖਣੀ। ਠੀਕ ਹੈ, ਤੇ ਜਿੰਨੀ ਦੇਰ ਤੱਕ ਸਿਗਨਲ ਆਈ ਜਾ ਰਿਹਾ ਉਹਦੇ ਤੇ ਨਜ਼ਰ ਰੱਖ ਕੇ ਸਾਨੂੰ ਯੂਜ਼ਰ ਨੂੰ ਇੰਡੀਕੇਸ਼ਨ ਦਿੰਦਾ ਰਹੇਗਾ ਕਿ ਬਾਹਰੋਂ ਕੋਈ ਸਿਗਨਲ ਆ ਰਿਹਾ ਜਾਂ ਡਿਲੇ ਆ ਰਿਹਾ। ਠੀਕ ਹੈ, ਸੋ that is known as capture mode. compare mode ਚ ਕੀ ਹੈ, it acts as an analog comparator. when a timer 1 value reaches to certain reference value then it generates an output. compare mode ਚ ਕੀ ਹੈ ਵੀ ਟਾਈਮਰ ਦੇ ਵਿੱਚ ਯੂਜ਼ ਹੁੰਦਾ ਹੈ ਜਦੋਂ ਟਾਈਮਰ ਸਟਾਰਟ ਹੋ ਜਾਂਦਾ ਤੇ ਜਿੱਦਾਂ ਆਪਾਂ ਨਾਰਮਲੀ ਇੰਸਟਰਕਸ਼ਨ ਆਪਾਂ ਖੁਦ ਲਗਾਉਂਦੇ ਆ ਕਿ ਇਹਨੂੰ ਕਿਹਦੇ ਨਾਲ ਕੰਪੇਅਰ ਕਰਨਾ, ਜਿੱਥੋਂ ਸਟਾਰਟ ਕੀਤਾ ਤੇ ਜਿੱਥੇ ਤੱਕ ਐਂਡ ਹੋਏਗਾ, ਇਹ ਵੀ ਇਦਾਂ ਹੀ ਹੈ, ਇਹ ਕੰਪੇਅਰ ਆਟੋਮੈਟਿਕਲੀ ਕਰੇਗਾ ਉਹਨੂੰ ਟੂ ਸਰਟਨ ਰੈਫਰੈਂਸ ਵੈਲਿਊ ਕਿ ਜਿੱਥੋਂ ਟਾਈਮਰ ਸਟਾਰਟ ਹੋਇਆ ਤੇ ਜਿੱਥੇ ਤੱਕ ਉਹਨੂੰ ਕੰਪੇਅਰ ਕਰਨਾ ਚਾਹੁੰਦਾ, ਜਦੋਂ ਮੈਚ ਕਰ ਗਿਆ ਇਹਨੇ ਆਊਟਪੁੱਟ ਜਨਰੇਟ ਕਰ ਦੇਣੀ ਹੈ ਟਾਈਮਰ ਨੂੰ ਸਟਾਪ ਕਰਨ ਲਈ। ਸੋ ਕੰਪੇਅਰ ਮੋਡ ਕਹਿੰਦੇ ਉਹਨੂੰ। ਨੈਕਸਟ ਇਜ਼ PWM ਮੋਡ। PWM ਕੀ ਹੁੰਦਾ ਹੈ,
pulse width modulation, ठीक है. So this mode provides pulse width modulated output with 10-bit resolution and programmable duty cycle. So ये basically एक कह सकते हैं कि एक wave generate करता है जो कि pulse wave modulated wave कहने हैं ਆਪਾਂ, ठीक है. ਜਿਹਦੇ 10-bit resolution ਹੁੰਦਾ ਤੇ ਆਪਣੀ ਮਰਜ਼ੀ ਨਾਲ ਦਾ duty cycle change ਕਰ ਸਕਦੇ ਆ, ਜਿਹਦੇ ਲਈ ਬਹੁਤ ਸਾਰੀਆਂ ਐਪਲੀਕੇਸ਼ਨਸ ਹੁੰਦੀਆਂ ਇਸ ਆਊਟਪੁੱਟ ਨੂੰ ਯੂਜ਼ ਕਰਨ ਲਈ, ਠੀਕ ਹੈ. ਸੋ CCP ਮੋਡਿਊਲ ਇਜ਼ ਯੂਜ਼ਡ ਫॉर दैट. ਨੈਕਸਟ ਇਹਦੀਆਂ ਐਡਵਾਂਟੇजेस. ਪਿਕ ਮਾਈਕਰੋ ਕੰਟਰੋਲਰ ਨੂੰ ਕਿਉਂ ਪ੍ਰੈਫਰ ਕੀਤਾ ਜਾਂਦਾ ਓਵਰ ਦਾ ਮਾਈਕਰੋ ਕੰਟਰੋਲਰ 8051? ਸਭ ਤੋਂ ਪਹਿਲਾਂ ਹੈ ਕਿ these are consistent and the PIC microcontroller are consistent and faulty of PIC percentage is very less. Consistent ਜਿਹੜੀ ਇਹਦੀ ਆਪਾਂ ਕਹਿ ਸਕਦੇ ਇੰਟੀਗ੍ਰੇਸ਼ਨ ਬਣਾਈ ਹੈ, ਕਾਫੀ ਡਿਊਰੇਬਲ ਹੈ, ਖਰਾਬ ਨਹੀਂ ਹੁੰਦੇ ਛੇਤੀ, ਠੀਕ ਹੈ. ਐਂਡ ਥੋੜਾ ਬਹੁਤਾ ਕਰੰਟ ਉੱਪਰ ਥੱਲੇ ਹੋ ਜਾਵੇ ਤਾਂ ਇਹਨਾਂ ਨੂੰ ਫਰਕ ਨਹੀਂ ਪੈਂਦਾ. ਮਾਈਕਰੋ ਕੰਟਰੋਲਰ 8051 ਚ ਕੀ ਸੀ, 5 ਵੋਲਟ ਦਾ ਥੋੜਾ ਜਿਹਾ ਉੱਪਰ ਥੱਲੇ ਕਰਦੀ ਆਪਾਂ ਵੋਲਟੇਜ ਨੂੰ ਤੇ ਉਹਦੀ ਜਿਹੜੀ ਵਰਕਿੰਗ 'ਚ ਫਰਕ ਪੈ ਜਾਂਦਾ, ਕਈ ਵਾਰ ਸੜ ਵੀ ਜਾਂਦੇ ਆ. ਆਲਮੋਸਟ ਜੇ ਮੈਂ 10 ਪ੍ਰੋਜੈਕਟ ਬਣਾ ਰਿਹਾ, 10 ਚੋਂ 2-3 ਏਦਾਂ ਦੇ ਹੁੰਦੇ ਜਿਹੜੇ ਕਿਸੇ ਨਾ ਕਿਸੇ ਰੀਜ਼ਨ 'ਚ ਸੜ ਜਾਂਦੇ ਹੁੰਦੇ ਆ, ਜੇ ਮੈਂ ਪ੍ਰੈਕਟੀਕਲੀ ਗੱਲ ਕਰਾਂ 8051 ਦੀ, ਜਦ ਕਿ ਪਿਕ ਮਾਈਕਰੋ ਕੰਟਰੋਲਰ 'ਚ ਫਾਲਟੀ ਹੋਣ ਦੇ ਚਾਂਸਸ ਕਾਫੀ ਘੱਟ ਸੀ. ਸੋ ਬੈਟਰ ਹੈ ਉਹਦੇ ਨਾਲ ਅਕੋਰਡਿੰਗਲੀ. The performance of the PIC microcontroller is very fast because of using RISC architecture. RISC architecture ਆਪਾਂ ਹੁਣੇ ਪੜਿਆ, ਉਹਦੇ ਕਰਕੇ ਇਹਦੀ ਸਪੀਡ ਵੱਧ ਗਈ ਤੇ ਪਰਫਾਰਮੈਂਸ ਵੀ ਬੈਟਰ ਹੋ ਗਈ, ਠੀਕ ਹੈ, as compared to 8051. When comparing to other microcontroller, the power consumption is very less and programming is also very easy. ਹੁਣ RISC architecture 'ਚ ਸਾਡੇ ਕੋਲ ਇੰਸਟਰਕਸ਼ਨਾਂ ਵੀ ਘੱਟ ਹੈ, ਇੰਸਟਰਕਸ਼ਨਾਂ ਘੱਟ ਹੋਣਗੀਆਂ ਤਾਂ ਪ੍ਰੋਗਰਾਮਿੰਗ ਹੋਰ ਈਜ਼ੀ ਹੋ ਜਾਏਗੀ ਕਰਨੀ, ਤੇ ਜਿਹੜੀ ਪਾਵਰ ਕੰਜ਼ੰਪਸ਼ਨ ਹੈ that is also less, ਠੀਕ ਹੈ. ਇਹਦਾ ਸਰਕਟ ਇਦਾਂ ਦਾ ਬਣਾਇਆ ਕਿ ਪਾਵਰ ਨੂੰ ਘੱਟ ਤੋਂ ਘੱਟ ਕੰਜ਼ਿਊਮ ਕਰਦਾ. ਇੰਟਰਫੇਸਿੰਗ ਆਫ ਐਨਾਲੌਗ ਡਿਵਾਈਸ ਇਜ਼ ਈਜ਼ੀ ਵਿਦਆਊਟ ਐਨੀ ਐਕਸਟਰਨਲ ਸਰਕਟਰੀ. ADC ਇਹਦੇ 'ਚ ਇਨਬਿਲਟ ਲੱਗਾ ਹੋਇਆ, ਤੇ ਇਨਬਿਲਟ ਲੱਗਿਆ ਤੇ ਮਤਲਬ ਸਾਨੂੰ ਕੋਈ ਬਾਹਰੋਂ ਇੰਟਰਫੇਸਿੰਗ ਦੀ ਲੋੜ ਨਹੀਂ ਪੈਂਦੀ, ਡਾਇਰੈਕਟ ਐਨਾਲੌਗ ਇਨਪੁਟ ਦਿਓ, ਆਟੋਮੈਟਿਕਲੀ ਕਨਵਰਟ ਹੋ ਜਾਂਦੀ ਡਿਜੀਟਲ. ਸੋ these are some advantages of PIC microcontroller. ਕੁਝ ਡਿਸਐਡਵਾਂਟੇਜ ਹੈ. ਡਿਸਐਡਵਾਂਟੇਜ ਕੀ ਹੈ? The length of the program is high due to using RISC architecture. ਹੁਣ ਕਈ ਵਾਰ ਇਦਾਂ ਦੇ ਪ੍ਰੋਗਰਾਮ ਸਾਨੂੰ ਆ ਜਾਂਦੇ ਆ ਜਿਹਦੇ 'ਚ ਫੰਕਸ਼ਨ ਜ਼ਿਆਦਾ ਤੋਂ ਜ਼ਿਆਦਾ ਕਰਨੇ ਪੈਂਦੇ ਆ, ਠੀਕ ਹੈ. ਇੰਸਟਰਕਸ਼ਨਾਂ ਘੱਟ ਹੈ, ਫੰਕਸ਼ਨਸ ਜ਼ਿਆਦਾ, ਮਤਲਬ ਕੰਪਲੈਕਸ ਬਹੁਤ, ਜਿਹਨੂੰ ਕਹਿੰਦੇ ਆਪਾਂ ਇੱਕੋ ਮਾਈਕਰੋ ਕੰਟਰੋਲਰ ਤੋਂ ਕਿੰਨੇ ਸਾਰੇ ਕੰਮ ਲੈਣੇ ਆ, ਉਸ ਟਾਈਮ ਤੇ ਲੈਂਥ ਆਫ ਦਾ ਪ੍ਰੋਗਰਾਮ ਵੱਧ ਜਾਂਦੀ ਹੈ, ਕਿਉਂਕਿ ਘੱਟ ਇੰਸਟਰਕਸ਼ਨ 'ਚ ਕੀ ਹੁੰਦਾ ਆ, ਆਪਾਂ ਉਹਨੂੰ ਬਾਰ-ਬਾਰ ਲੂਪ ਲਗਾਉਣੇ ਪੈਂਦੇ ਆ, ਮਤਲਬ ਸਾਨੂੰ ਉਹੀ ਇੰਸਟਰਕਸ਼ਨ ਬਾਰ-ਬਾਰ ਯੂਜ਼ ਕਰਨੀ ਹੈ ਤਾਂ ਲੂਪ ਵਿੱਚ ਯੂਜ਼ ਕਰਦੇ ਆ, ਤਾਂ ਲੈਂਥ ਆਫ ਦਾ ਪ੍ਰੋਗਰਾਮ increases for that purpose, right? Single accumulator is present and program memory is not accessible. ਹੁਣ ਇਹਦੇ 'ਚ ਇੱਕ ਡਿਸਐਡਵਾਂਟੇਜ ਹੈ ਕਿ accumulator ਇੱਕੋ ਹੀ ਹੈ, ਜਦ ਕਿ ਇਹਦੇ ਆਉਣ ਵਾਲੇ ਮਤਲਬ ਅੱਗੋਂ ਜਿਹੜੇ ਪਿਕ ਮਾਈਕਰੋ ਕੰਟਰੋਲਰ ਦੀ ਜਗ੍ਹਾ ਹੋਰ ਐਸੇ ਕੰਟਰੋਲਰ ਹੈਗੇ ਆ ਜਿਹਦੇ 'ਚ accumulator ਦੀ ਉਹ ਵੀ ਵੱਧ ਗਈ ਹੈ, ਕੁਆਂਟੀਟੀ ਵੱਧ ਗਈ, ਮਤਲਬ 2 accumulator ਵੀ ਯੂਜ਼ ਹੁੰਦੇ ਆ, ਇਹਦੇ ਵਿੱਚ ਸਿੰਗਲ accumulator present ਹੈ, ਇਸ ਕਰਕੇ ਥੋੜੀ ਜਿਹੀ ਡਿਸਐਡਵਾਂਟੇਜ ਹੈ, ਰਾਈਟ. ਤੇ ਪ੍ਰੋਗਰਾਮ ਮੈਮਰੀ ਨਾਟ ਅਸੈਸਿਬਲ ਹੁੰਦੀ ਹੈ ਇਨ ਕੇਸ ਵੀ ਆਰ ਯੂਜ਼ਿੰਗ ROM, ਠੀਕ ਹੈ. ਜੇ ਆਪਾਂ ROM ਯੂਜ਼ ਕਰ ਰਹੇ ਤਾਂ ਪ੍ਰੋਗਰਾਮ ਮੈਮਰੀ ਨੂੰ ਆਪਾਂ ਯੂਜ਼ ਨਹੀਂ ਕਰ ਸਕਦੇ ਜ਼ਿਆਦਾ, ਸਾਡੇ ਲਈ ਲਿਮਿਟਿਡ ਰਹਿ ਜਾਂਦੀ ਹੈ, ਰਾਈਟ.